ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ। ਸਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹੇ ਲੜਾ ਜੁਗ ਚਾਰੇ। ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ। ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ। ਸਖੀ ਮਿਲ ਹੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ। ਹਮ ਕਰ ਸਾਜਨ ਆਇਆ। ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਹਰ ਹਰਾ ਸੁਆਮੀ ਸੁਖ ਗਾਮੀ ਆਨੰਦ ਮੰਗਲ ਰਸ ਘਣਾ। ਨਵਲ ਨਵ ਤਨ ਨਾਹੋਂ ਬਾਲਾ ਕਵਨ ਰਸਨਾ ਗੁਣ ਭਾਣਾ। ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਸਹਸਾ ਦੁਖ ਹਰਾ। ਨਾਨਕ ਪੈ ਅੰਪੈ ਮੇਰੀ ਆਸ ਪੂਰੇ ਮਿਲੇ ਸੁਆਮੀ ਅਪਰੰਪਰਾ। ਮੇਰੇ ਮਨ ਆਨੰਦ ਭਇਆ ਜੀਉ ਵੱਜੀ ਵਧਾਈ। ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ। ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ। ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ। ਅਨਹਦ ਵਾਜੇ ਵੱਜੇ ਘਰ ਮਹਿ ਫਿਰ ਸੰਗ ਸੇਜ ਵਿਛਾਈ। ਬਿਨਵੰਤ ਨਾਨਕ ਸਹਿਜ ਰਹੈ ਹਰ ਮਿਲਿਆ ਕੰਤ ਸੁਖਦਾਈ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ ਸਦਾ ਸਹਾਈ ਹੋਣ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਇਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਰ ਬੁੱਧਵਾਰ ਰਾਤ ਦੇ ਸਤਸੰਗ ਸਮਾਗਮ ਵਿੱਚ ਦੂਰ ਨੇੜੇ ਤੋਂ ਸੰਗਤਾਂ ਪਹੁੰਚ ਕੇ ਸਤਿਗੁਰੂ ਜੀ ਦੀ ਹਜ਼ੂਰੀ ਦਾ ਆਨੰਦ ਮਾਣਦੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਦੇ ਹੋ। ਗੁਰੂ ਘਰ ਦੇ ਕੀਰਤਨੀਏ ਜਿਨ੍ਹਾਂ ਨੇ ਜੀਵਨ ਵਿੱਚ ਬੜੀ ਮਿਹਨਤ ਕੀਤੀ ਹੈ, ਬੜਾ ਲੰਮਾ ਸਮਾਂ ਗੁਰਮਤਿ ਵਿਦਿਆ ਦੀ ਸਿਖਲਾਈ ਲਈ ਹੈ,
ਤੇ ਮਹਾਨ ਅਸਥਾਨਾਂ ਦੇ ਕੀਰਤਨੀ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ, ਹੋਰ ਬੇਅੰਤ ਗੁਰੂ ਘਰ ਦੇ ਕੀਰਤਨੀਏ, ਬੜੇ ਮਹਾਨ ਗੁਣੀ ਪੁਰਸ਼ ਰਾਗਾਂ ਵਿੱਚ, ਤਾਲਾਂ ਵਿੱਚ ਬੜੀ ਸ਼ਰਧਾ ਦੇ ਨਾਲ ਕੀਰਤਨ ਸਰਵਣ ਕਰਾਉਂਦੇ ਨੇ। ਇਹ ਸਤਿਗੁਰੂ ਜੀ ਦੀ ਆਪਣੀ ਬਖਸ਼ਿਸ਼ ਹੈ। ਏਡੇ ਏਡੇ ਗੁਣੀ ਪੁਰਸ਼ ਬਿਨਾਂ ਸੱਦਿਆਂ ਆਪਣੇ ਆਪ ਨਿਸ਼ਕਾਮਤਾਈ ਦੇ ਨਾਲ ਪਹੁੰਚਣ, ਕੀਰਤਨ ਸਰਵਣ ਕਰਾਵਣ। ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦਾ ਸ਼ੁਕਰ ਕਰਨਾ ਚਾਹੀਦਾ ਹੈ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਐਸਾ ਵਡਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਬੜੀ ਖੁਸ਼ੀ ਹੁੰਦੀ ਆ ਜਦੋਂ ਬੜੇ ਬੜੇ ਮਹਾਨ ਗੁਣੀ ਪੁਰਸ਼ਾਂ ਦੇ ਦਰਸ਼ਨ ਹੁੰਦੇ ਨੇ ਨਾ ਜੀ। ਸਤਿਗੁਰੂ ਜੀ ਦਾ ਸ਼ੁਕਰ ਕਰੀਦਾ ਹੈ, ਧੰਨਵਾਦ ਕਰੀਦਾ। ਗਰੀਬ ਨਵਾਜ਼, ਇਹ ਆਪ ਜੀ ਦੀ ਕਿਰਪਾ ਹੈ, ਆਪ ਜੀ ਦੀ ਬਖਸ਼ਿਸ਼ ਹੈ। ਮੇਰੇ ਦਾਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨੇ ਬੜਾ ਰਸ ਭਿੰਨਾ ਕੀਰਤਨ ਕੀਤਾ। ਜੀਵਨ ਵਿੱਚ ਬੜੀ ਇਹਨਾਂ ਨੇ ਮਿਹਨਤ ਕੀਤੀ ਹੈ। ਮੈਂ ਬਚਪਨ ਤੋਂ ਇਹਨਾਂ ਨੂੰ ਜਾਣਦਾ। ਛੋਟੇ ਜਿਹੇ ਹੁੰਦੇ ਹੀ ਨਗਰ ਵੀ ਇਹਨਾਂ ਦਾ ਭੁੱਚੋ ਸਾਹਿਬ ਹੈ ਅਤੇ ਮਹਾਂਪੁਰਖਾਂ ਦਾ ਮਹਾਨ ਅਸਥਾਨ ਧੰਨ ਧੰਨ ਬਾਬਾ ਜੀ, ਬਾਬਾ ਮਹਾਂ ਹਰਨਾਮ ਸਿੰਘ ਜੀ ਭੁੱਚੋ ਸਾਹਿਬ ਵਾਲੇ ਮਹਾਨ ਮਹਾਂਪੁਰਖਾਂ ਦੇ ਅਸਥਾਨ 'ਤੇ ਰਹਿ ਕੇ ਸੇਵਾ ਵੀ ਕੀਤੀ ਅਤੇ ਮਹਾਂਪੁਰਸ਼ਾਂ ਦੇ ਕੋਲੋਂ ਧੰਨ ਬਾਬਾ ਜੀ, ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਕੋਲੋਂ ਸਮੱਤ ਵੀ ਲਈ। ਮੇਰੇ ਨਾਲ ਵਾਜੇ 'ਤੇ ਬੈਠੇ ਨੇ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਸਤਿਗੁਰ ਦੀ ਬੜੀ ਮਿਹਨਤ ਹੈ। ਮਹਾਂਪੁਰਖਾਂ ਦੇ ਨਾਲ ਰਹਿ ਕੇ, ਟਕਸਾਲ ਵਿੱਚ ਰਹਿ ਕੇ ਵਿੱਦਿਆ ਪ੍ਰਾਪਤ ਕੀਤੀ। ਦਰਬਾਰ ਸਾਹਿਬ ਦੇ ਮੁਖੀ ਰਾਗੀਆਂ ਦੇ ਵਿੱਚ ਇਹਨਾਂ ਦਾ ਨਾਮ ਹੈ। ਪੰਥ ਵਿੱਚ ਬੜਾ ਸਤਿਕਾਰ ਹੈ। ਭਾਈ ਦਵਿੰਦਰ ਸਿੰਘ ਜੀ ਨਿਰਮਾਨ ਜੀ, ਭਾਈ ਕੁਲਜੀਤ ਸਿੰਘ ਜੀ ਨਰੋਬੀ ਵਾਲੇ ਨਾਲ ਸਾਥ ਬੈਠੇ ਨੇ। ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼। ਪਹਿਲਾਂ ਜਦੋਂ ਤੋਂ ਆਰੰਭਤਾ ਹੋਈ ਹੈ, ਥੋੜ੍ਹਾ ਥੋੜ੍ਹਾ ਸਮਾਂ ਸਾਰੇ ਜਥਿਆਂ ਨੂੰ ਮਿਲਦਾ ਹੈ, ਪਰ ਬੜੇ ਪ੍ਰੇਮ ਦੇ ਨਾਲ ਸਾਰੇ ਹਾਜ਼ਰੀ ਭਰਦੇ ਨੇ, ਕੀਰਤਨ ਸਰਵਣ ਕਰਾਉਂਦੇ ਨੇ। ਸਾਰਿਆਂ ਦਾ ਬਹੁਤਾ ਬਹੁਤਾ ਸਤਿਕਾਰ, ਧੰਨਵਾਦ। ਸਾਹਮਣੇ ਬੈਠੇ ਮਹਾਨ ਗੁਣੀ ਪੁਰਸ਼, ਕੀ ਨਾਮ ਹੈ? ਭਾਈ ਅਮਰਜੀਤ ਸਿੰਘ ਜੀ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਬੜੀ ਕਿਰਪਾ ਹੈ। ਪੰਥ ਵਿੱਚ ਜਿਨ੍ਹਾਂ ਦਾ ਬੜਾ ਸਨਮਾਨ ਹੈ, ਸਤਿਕਾਰ ਹੈ। ਗੁਣੀ ਪੁਰਸ਼ ਜਿਨ੍ਹਾਂ ਨੂੰ ਵੇਖ ਕੇ ਖੁਸ਼ ਹੋ ਜਾਂਦੇ ਨੇ ਜੀ। ਇਹ ਸਤਿਗੁਰੂ ਦੀ ਬੜੀ ਇਹਨਾਂ ਦੇ ਉੱਤੇ ਕਿਰਪਾ ਹੈ। ਬਹੁਤ ਵੱਡੇ ਤਬਲੇ ਦੇ ਮਾਸਟਰ ਹਨ, ਉਸਤਾਦ ਹਨ, ਗੁਣੀ ਪੁਰਸ਼ ਹਨ। ਉਹਨਾਂ ਨੇ ਵੀ ਦਰਸ਼ਨ ਦਿੱਤੇ ਜੀ ਆਇਆਂ ਨੂੰ। ਅੱਜ ਸੰਗਤ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ। ਪਰਸੋਂ ਦਾ ਦਿਨ ਜਿਹੜਾ ਬਤੀਤ ਹੋਇਆ ਹੈ ਨਾ, ਸੋਮਵਾਰ, ਇਸ ਦਿਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਅਵਤਾਰ ਗੁਰਪੁਰਬ ਸਾਰੀ ਦੁਨੀਆ ਵਿੱਚ ਮਨਾਇਆ ਗਿਆ ਜੀ। ਜਿੱਥੇ ਜਿੱਥੇ ਵੀ ਕੋਈ ਗੁਰੂ ਦਾ ਪਿਆਰਾ ਬੈਠਾ ਹੈ, ਕਿਉਂ ਗੁਰਪੁਰਬ ਮਨਾਉਣ ਵਿੱਚ ਸਿੱਖ ਦਾ ਬੜਾ ਭਲਾ ਹੈ, ਬੜਾ ਭਲਾ ਹੈ। ਗੁਰੂ ਦੇ ਪਿਆਰੇ ਨੇ ਗੁਰਪੁਰਬ ਮਨਾਏ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਦਿਨ ਐਤਵਾਰ ਨੂੰ ਝੰਡੇਰ ਪਿੰਡ ਵਿਖੇ ਹਰ ਸਾਲ ਉੱਥੇ ਗੁਰਪੁਰਬ ਮਨਾਈਦੇ ਮਹਾਰਾਜ ਜੀ ਦੇ। ਅੱਜ ਸਤਿਗੁਰੂ ਜੀ ਦੇ ਅਵਤਾਰ ਗੁਰਪੁਰਬ ਦੀ ਵੀ ਬੜੀ ਵੱਡੀ ਖੁਸ਼ੀ ਹੈ। ਅਤੇ ਜਿਨ੍ਹਾਂ ਮਹਾਂਪੁਰਖਾਂ ਨੇ ਸਤਿਗੁਰੂ ਜੀ ਦੇ ਲੜ ਲਾਇਆ, ਬਾਣੀ ਪੜ੍ਹਾਈ, ਕੀਰਤਨ ਸਿਖਾਇਆ, ਗੁਰੂ ਘਰ ਦੀ ਸੇਵਾ ਵਿੱਚ ਲਾਇਆ, ਮੇਰੇ ਮਹਾਨ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਦੇਵਾ ਸਿੰਘ ਜੀ ਮਹਾਰਾਜ, ਸਨਿਚਰਵਾਰ ਮਹਾਂਪੁਰਖਾਂ ਦਾ ਬਰਸੀ ਦਿਹਾੜਾ ਸੀ। ਉਹਨਾਂ ਦੇ ਮੁੱਖ ਸਥਾਨ 'ਤੇ ਹਾਜ਼ਰੀ ਲਵਾ ਕੇ ਆਏ। ਅੱਜ ਵੀ ਮੇਰੇ ਮਨ ਦੀ ਭਾਵਨਾ ਹੈ, ਉਹਨਾਂ ਦੇ ਪਿਆਰ ਵਿੱਚ, ਉਹਨਾਂ ਦੀ ਯਾਦ ਵਿੱਚ ਹਾਜ਼ਰੀ ਭਰੀ ਜਾਵੇ। ਉਹਨਾਂ ਨੇ ਕਿਰਪਾ ਕੀਤੀ, ਰੁਲਦਿਆਂ ਖੁਲਦਿਆਂ ਨੂੰ, ਅਨਪੜ੍ਹਾਂ ਨੂੰ, ਮੂਰਖਾਂ ਨੂੰ ਸਮੱਤ ਦਿੱਤੀ, ਗੁਰਬਾਣੀ ਪੜ੍ਹਾਈ, ਕੀਰਤਨ ਸਿਖਾਇਆ, ਸੰਗਤ ਵਿੱਚ ਰਹਿਣਾ ਬਹਿਣਾ ਸਿਖਾਇਆ। ਬੜੀ ਕਿਰਪਾ ਕੀਤੀ ਮਹਾਂਪੁਰਖਾਂ ਨੇ, ਬੜੀ ਦਇਆ ਕੀਤੀ। ਅਤੇ ਗੁਰਪੁਰਬ ਦੀ ਖੁਸ਼ੀ ਵਿੱਚ ਇਸੇ ਵਾਸਤੇ ਮੰਗਲਾਚਰਨ ਦੇ ਸ਼ਬਦ ਆਪ ਜੀ ਨੂੰ, ਸੰਗਤ ਨੂੰ ਸਰਵਣ ਕਰਵਾਏ ਨੇ। ਆਵਹੁ ਮੀਤ ਪਿਆਰੇ, ਮੰਗਲ ਗਾਵਹੁ ਨਾਰੇ। ਇਹ ਸਾਰੇ ਸ਼ਬਦ ਜਿਸ ਤਰ੍ਹਾਂ ਮਹਾਰਾਜ ਸਮੱਤ ਦਿੰਦੇ, ਜਾਂ ਰਾਗਾਂ ਵਿੱਚ, ਜਾਂ ਜਿਸ ਤਰ੍ਹਾਂ ਵੀ ਗਾਇਨ ਕਰਨੇ ਸਨ, ਪਰ ਸਮਾਂ ਬਹੁਤ ਹੋ ਗਿਆ ਹੈ। 11 ਵਜੇ, 11:15 ਵਜੇ ਸੰਗਤ ਨੇ ਪ੍ਰਸ਼ਾਦਾ ਛਕਣਾ। 9 ਤੋਂ 11 ਦਾ ਸਮਾਂ ਮੈਨੂੰ ਇਹਨਾਂ ਗੁਰਮੁਖਾਂ ਪਿਆਰਿਆਂ ਨੇ ਦਿੱਤਾ ਹੈ। ਬੜੇ ਚਿਰਾਂ ਤੋਂ ਮੈਂ ਇਸ ਗੱਲ ਦਾ ਨਹੀਂ ਸੀ ਮੰਨ ਰਿਹਾ, ਕਿਉਂ
बड़े बड़े महान कीर्तनीय सिख इत्थे आवन, निष्काम आवन तो मैं पहला ही लग पावां, उन्होंने समा पूरा मिले ना। कई सालों तो रात 12-1 बजे के बाद मैनू 12 बजे के तकरीब समा मिलता सी। 12 बजे तो बाद संगतां फिर चले जाते सन, जिन्हां ने सवेरे ड्यूटियां ते जाना, काम कार करने आ। भाई अमनदीप सिंह जी, ज्ञानी विशाल सिंह जी, सारी संगत ने रल के हुक्म किया, भाई तेनों 9 बजे लगना ही पैना है, 9 बजे हाज़री लवानी है। सो कई बार ऐसा समा होंदा है, गुरु के प्यारियां का सत्कार करना बड़ा जरूरी है। सो थोड़ा जा समा अज जो मैनू तुसां हुक्म किया उहदे तो मैं लेट हाँ, समय दे विच रह के हाज़री लवावांगे। सच्चे पातशाह किरपा करना। आपां शब्द पढ़ना है। आसा महला चौथा, सत संगत मिलिए हर साधु, मिल संगत हर गुण गाए। ज्ञान रतन बलिया घट चानन, अज्ञान अंधेरा जाए। हर जन नाच हो हर हर ध्याए, ऐसे संत मिले हैं मेरे भाई, हम जान के तो वह पाए। ये शब्द भी पढ़िए तो इस शब्द की आपां विचार भी करांगे। तुच्छ जी बुद्धि है मेरी, अनपढ़ जिहा मैं मूर्ख बंदा हाँ। सो ये तो तुहाडी बड़ी बड़ी मेहरबानी है मेरे उत्ते। मेरे वर्गे मूर्ख बंदे नूं तुसीं सुणदे हो। सतगुर की बाणी अगम अगाध है, तो गुरबाणी नूं सुर ताल विच रागां विच गावना एक अल्पग बुद्धि वाले जीव के वस विच नहीं। तो तुहाडी ये बड़ी दया मेरे उत्ते, तुसीं सारी संगत प्रेम करते हो, असीसां दिंदे हो। सच्चे पातशाह महाराज कृपा करन। शब्द पढ़िए, नाल आपां सारे शब्द की विचार भी करांगे जी। ऐसे संत मिले मेरे पाई, ऐसे संत मिले मेरे पाई। ऐसे संत जपो मिले मेरे भाई, ऐसे संत मिले भाई। ऐसे संत मिले मेरे पाई। ऐसे संत मिले मेरे पाई। ऐसे संत मिले मेरे पाए। ऐसे संत मिले मेरे पाए। ऐसे संत हम जान के तो वह पाए। हम जान के तो वह पाए। हम जान के तो वह पाए। जान के तो वह पाए। ऐसे संत मिले मेरे 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 पाए। ऐसे संत
हम जान के तो वह पाए, हम जान के तो हम जान के तो वह पाए, जान के तो वह पाए। ऐसे संत मिले मेरे पाए, ऐसे संत मिले मेरे पाए, ऐसे संत आसा महला चौथा। सत संगत मिलिए हर साधु, सत संगत मिले हर साधु, सत संगत मिलिए 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 हर साधु, मिलिए 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 हर साधु साधु, सत संगत मिलिए हर साधु, मिलिए हर साधु, सत संगत मिलिए हर साधु, सत संगत मिलिए हर साधु, मिल संगत हर गुण गाए, मिल संगत हर गुण गाए, मिल संगत हर गुण गाए, मिल संगत हर गुण गाए। ज्ञान रतन बलिया घट जानन, ज्ञान रतन बलिया घट चानन, ज्ञान रतन बलिया घट चानन, ज्ञान रतन ज्ञान रतन बलिया घट चानन, बलिया घट चानन, ज्ञान रतन बलिया घट चानन, बलिया घट चानन, ज्ञान रतन बलिया घट चानन, अज्ञान अंधेरा जाए,
अज्ञान अंधेरा जाए। ऐसे संत मिले मेरे पाए, ऐसे संत मिले मेरे पाए, ऐसे संत हम जान के तो वह पाए, हम जान के तो हम जान के तो वह पाए, ऐसे संत मिले मेरे पाए, ऐसे संत मिले मेरे पाए, ऐसे संत हर जन नाचो हर हर ध्याए, हर जन नाचो हर हर ध्याए, हर जन नाचो हर जन नाचो हर हर ध्याए, 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 ऐसे संत मिले मेरे पाई, 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 हम जान के तो वह पाए, हम जान के तो वह पाए, ऐसे संत मिले मेरे पाए, ऐसे संत मिले मेरे पाए, ऐसे संत हम जान के तो वह पाए, हम जान के तो वह पाए, हम जान के तो वह पाए, जान के तो ऐसे संत मिले मेरे पाए, ऐसे संत मिले मेरे पाए, ऐसे संत
ਹਰ ਹਰ ਨਾਮ ਜਪੋ ਮਨ ਮੇਰੇ, ਹਰ ਹਰ ਨਾਮ ਜਪੋ ਮਨ ਮੇਰੇ, ਜਪੋ ਮਨ ਮੇਰੇ, ਜਪੋ ਨਾਮ ਜਪੋ, ਨਾਮ ਜਪੋ, ਨਾਮ ਜਪੋ, ਨਾਮ ਜਪੋ, ਨਾਮ ਜਪੋ, ਜਪੋ ਜਪੋ, ਹਰ ਹਰ ਨਾਮ ਜਪੋ ਮਨ ਮੇਰੇ, ਹਰ ਹਰ ਨਾਮ ਜਪੋ ਮਨ ਮੇਰੇ, ਆਨ ਦਿਨ ਹਰ ਲਿਵ ਲਾਏ, 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 ਜੋ ਇੱਛੋ ਸੋਈ ਫਲ ਪਾਵੋ, ਜੋ ਇੱਛੋ ਸੋਈ ਫਲ ਪਾਵੋ, ਜੋ ਇੱਛੋ ਸੋਈ ਫਲ ਪਾਵੋ, ਫਿਰ ਭੂਖ ਨਾ ਲਾਗੈ ਆਏ, ਫਿਰ ਨਾ ਲਾਗੈ ਫਿਰ ਭੂਖ ਨਾ ਲਾਗੈ ਆਏ, ਐਸੇ ਸੰਤ ਮਿਲੇ ਮੇਰੇ ਭਾਈ, 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 ਐਸੇ ਸੰਤ हम जान के तो वह पाए, हम जान के तो वह पाए, हम जान के तो वह पाए, ऐसे संत मिले मेरे पाए, ऐसे संत मिले मेरे पाए, ऐसे संत आपे हर अपरंपर करता, आपे हर अपरंपर करता,
ਆਪੇ ਹਰ ਅਪਰੰਪਰ ਕਰਤਾ, ਆਪੇ ਹਰ ਅਪਰੰਪਰ ਕਰਤਾ, ਹਰ ਆਪੇ ਬੋਲ ਬੁਲਾਏ, ਹਰ ਆਪੇ ਬੋਲ ਬੁਲਾਏ, ਹਰ ਆਪੇ ਬੋਲ ਬੁਲਾਏ, ਸੇਈ ਸੰਤ ਭਲੇ ਤੁਧ ਪਾਵੈ, ਭਲੇ ਤੁਧ ਪਾਵੈ, ਸੇਈ ਸੰਤ ਭਲੇ ਤੁਧ ਪਾਵੈ, ਸੇਈ ਸੰਤ ਭਲੇ ਤੁਧ ਭਾਵੈ, 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 ਤੁਧ ਭਾਵੈ, ਸੇਈ ਸੰਤ ਭਲੇ ਤੁਧ ਭਾਵੈ, ਭਾਵੈ, ਸੇਈ ਸੰਤ ਭਲੇ ਤੁਧ ਪਾਵੈ, ਸੇਈ ਸੰਤ ਭਲੇ ਤੁਧ ਪਾਵੈ, ਜਿਨ ਕੀ ਪਤ ਪਾਵੈ ਥਾਏ, ਜਿਨ ਕੀ ਪਤ ਪਾਵੈ ਥਾਏ, ਐਸੇ ਸੰਤ ਮਿਲੇ ਮੇਰੇ ਭਾਈ, 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 ਐਸੇ ਸੰਤ ਨਾਨਕ ਆਖ ਨਾ ਰਾਜੈ ਹਰ ਗੁਣ, ਨਾਨਕ ਆਖ ਨਾ ਰਾਜੈ ਹਰ ਗੁਣ, ਨਾਨਕ ਆਖ ਨਾ ਰਾਜੈ ਹਰ ਗੁਣ, ਨਾਨਕ
ਆਖ ਨਾ ਰਾਜੈ ਹਰ ਗੁਣ ਨਾਨਕ ਆਖ ਨਾ ਰਾਜੈ ਹਰ ਗੁਣ ਨਾਨਕ ਆਖ ਨਾ ਰਾਜੈ ਹਰ ਗੁਣ ਨਾਨਕ ਆਖ ਨਾ ਰਾਜੈ ਹਰ ਗੁਣ ਨਾਨਕ ਆਖ ਨਾ ਰਾਜੈ ਹਰ ਗੁਣ ਜਿਉ ਆਖੈ ਤਿਉ ਸੁਖ ਪਾਏ ਜਿਉ ਆਖੈ ਤਿਉ ਸੁਖ ਪਾਏ ਭਗਤ ਭੰਡਾਰ ਦੀਏ ਹਰ ਆਪਣੇ ਭੰਡਾਰ ਦੀਏ ਹਰ ਆਪਣੇ ਭਗਤ ਭੰਡਾਰ ਦੀਏ ਹਰ ਆਪਣੇ ਭੰਡਾਰ ਦੀਏ ਹਰ ਆਪਣੇ ਭਗਤ ਭੰਡਾਰ ਦੀਏ ਹਰ ਆਪਣੇ ਹਰ ਆਪਣੇ ਹਰ ਆਪਣੇ ਦੀਏ ਦੀਏ ਹਰ ਆਪਣੇ ਗਾ 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 ਸਾਰੇ ਗਾ ਰੇ ਨੀ ਦ ਮ ਪ ਦ ਨੀ ਸਾ ਨੀ ਸਾ ਨੀ ਦ ਦ ਨੀ ਦ ਦ ਨੀ ਦ ਨੀ ਨੀ ਦ ਨੀ ਦ ਦ ਪ ਦ ਮ ਪ ਗ ਮ ਪ ਮ ਗ ਮ ਗ ਗ ਸ ਨੀ ਸ ਗ ਮ ਪ ਪ ਪ ਗ ਮ ਨੀ ਦ ਪ ਸ ਗ ਮ ਪ ਗ ਮ ਨੀ ਦ ਪ ਮ ਪ ਗ ਮ ਗ ਨੀ ਸ ਗ ਮ ਪ ग ब द नि ध नि ध नि ध प द नि ध नि नि ध प द म प ध द द ग रे स नि ध प प नि स ग म प ग प ग स नि ध द नि ध द नि ध नि नि ध प द म प स द नि द द नि द द नि द नि द द नि द द नि द ग द नि द नि नि द नि द द नि द द द प द ब ब ग म ग स ग म प ग म नि द प म प ग म प ਭਗਤ ਭੰਡਾਰ ਦੀਏ ਹਰ ਆਪਣੇ ਭੰਡਾਰ ਦੀਏ ਹਰ ਆਪਣੇ ਭਗਤ ਭੰਡਾਰ ਦੀਏ ਹਰ ਆਪਣੇ ਭੰਡਾਰ ਦੀਏ ਹਰ ਆਪਣੇ ਗੁਣ ਗਾਹਕ ਬਣ ਲੈ ਜਾਏ ਗੁਣ ਗਾਹਕ ਬਣ ਲੈ ਜਾਏ ਗੁਣ ਗਾਹਕ ਬਣ ਲੈ ਜਾਏ ਐਸੇ ਸੰਤ ਮਿਲੇ ਮੇਰੇ ਭਾਈ ਐਸੇ ਸੰਤ ਮਿਲੇ ਮੇਰੇ ਭਾਈ ਐਸੇ ਸੰਤ ਮਿਲੇ ਮੇਰੇ ਪਾਏ ਐਸੇ ਸੰਤ ਮਿਲੇ ਮੇਰੇ ਪਾਏ ਐਸੇ ਸੰਤ
जान के तो वह पाए, हम जन के तो वह पाए, हम जान के तो वह पाए, हम जन के तो वह पाए। ऐसे संत मिले मेरे भाई, 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 ऐसे संत ऐसे संत मिले मिले मेरे मेरे भाई, भाई, ऐसे संत मेरे मिले मेरे भाई, भाई, ऐसे संत ऐसे संत मेरे भाई, मिले मेरे भाई, मिले मेरे ऐसे भाई, मिले मेरे मेरे भाई, ऐसे संत मिले मेरे भाई, मेरे भाई, ऐसे संत जिन्ना ऐसे सास गिरास ना विसरे, ना विसरे, ना 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 ना, जिन्ना सास गिरास ना विसरे, हर नामा मन मंत, तन से सही नानका, सही नानका, तन से सही नानका, पूरन सोई संत। संतन मोको पूंजी सौंपी, संतन मोको पूंजी सौंपी, तो उतरियो मन का तोखा, धर्म राय अब कहा करेगो, जो फाटियो सगलो लेखा। महानंद भय सुख पाया, संतन के बरसाते, महानंद भय सुख पाया, संतन के बरसाते, महानंद भय सुख पाया, संतन के परसाते, कहो
ਹਰ ਸਿਉ ਮਨ ਮਾਨਿਆ ਰੰਗ ਰਤੇ ਬਿਸ ਮਾਦੇ ऐसे संत मिले मेरे पाए, ऐसे संत मिले मेरे पाए, ऐसे संत ਮਿਲੇ ਮੇਰੇ ਪਾਏ ਐਸੇ ਸੰਤ ਮਿਲੇ ਮੇਰੇ ਪਾਏ ਐਸੇ हम जान के तो वह पाए, हम जान के तो वह पाए, ऐसे संत मिले मेरे 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 पाए, ऐसे संत, ऐसे संत, ऐसे संत। संगत जी, ਸਮਾਂ ਤੁਹਾਡਾ ਜਿਹੜਾ ਉਹ ਜ਼ਿਆਦਾ ਹੋ ਰਿਹਾ ਹੈ, ਸੰਗਤਾਂ ਨੇ ਲੰਗਰ ਪਾਣੀ ਵੀ ਛਕਣਾ ਹੈ, ਸਾਰੇ ਸ਼ਬਦ ਦੀ ਵਿਚਾਰ ਕਰਦਿਆਂ ਬਹੁਤ ਦੇਰ ਲੱਗੇਗੀ, ਚਿਰ ਲੱਗੇਗਾ। ਇਸ ਵਾਸਤੇ ਸਮੇਂ ਦੀ ਮਰਜ਼ਾਦਾ ਵਿੱਚ ਰਹਿਣਾ। ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ 11 ਜਾਂ 11:15 ਵਜੇ ਤੱਕ ਫਤਿਹ ਬੁਲਾ ਦਿਆ ਕਰਾਂਗੇ, ਫਿਰ ਸੰਗਤ ਪ੍ਰਸ਼ਾਦਾ ਪਾਣੀ ਛਕੇ। ਗੁਰੂ ਘਰ ਦੇ ਕੀਰਤਨੀ ਹੈ, ਕੀਰਤਨ ਕਰਦੇ ਰਹਿਣਗੇ ਜੀ। ਜਿਨ੍ਹਾਂ ਗੁਰਮੁਖਾਂ ਨੇ ਕੀਰਤਨ ਸਰਵਣ ਕਰਨਾ ਹੋਵੇ ਉਹ ਪ੍ਰਸ਼ਾਦਾ ਛਕ ਕੇ ਫੇਰ ਆ ਕੇ ਬੈਠ ਜਾਣ। ਮੇਰੇ ਦਾਸ ਤੋਂ ਬਾਅਦ ਭਾਈ ਕੁਲਜੀਤ ਸਿੰਘ ਜੀ ਨਰੋਬੀ ਵਾਲੇ ਬੜੇ ਵਧੀਆ ਕੀਰਤਨੀਏ ਨੇ ਜੀ। ਭਾਈ ਜਸਵੀਰ ਸਿੰਘ ਜੀ ਬੜੇ ਪਿਆਰ ਦੇ ਨਾਲ ਕੀਰਤਨ ਕਰਦੇ ਨੇ, ਸਾਰੇ ਨਿਸ਼ਕਾਮ ਕੀਰਤਨੀਏ। ਹੋਰ ਗੁਰੂ ਕੇ ਪਿਆਰੇ, ਗੁਰਮੁਖ ਪਿਆਰੇ ਸਾਹਮਣੇ ਦਰਸ਼ਨ ਹੋ ਰਹੇ ਨੇ, ਉਹਨਾਂ ਵੀ ਹਾਜ਼ਰੀ ਭਰਨੀ ਹੈ। ਇਸ ਵਾਸਤੇ ਹਰ ਜਨ ਨਾਚੋ ਹਰ ਹਰ ਧਿਆਏ, ਇਹ ਪੰਗਤੀ ਪੜ੍ਹਨੀ ਬੜੀ ਸੌਖੀ ਆ ਤੇ ਇਹਨੂੰ ਸਮਝਣਾ ਬੜਾ ਔਖਾ ਜੀ। ਹਰ ਜਨ ਨਾਚੋ ਹਰ ਹਰ ਧਿਆਏ, ਇਸ ਪੰਗਤੀ ਦੇ ਮੈਂ ਤੁਹਾਨੂੰ 2 ਅਰਥ ਸੁਣਾਵਾਂਗਾ ਜੋ ਮੈਨੂੰ ਮਹਾਰਾਜ ਨੇ ਸਮੱਤ ਦਿੱਤੀ ਹੈ। ਨੱਚੋ, ਨੱਚਣਾ ਕੋਈ ਸੌਖੀ ਗੱਲ ਨਹੀਂ ਹੈਗੀ ਜੀ। ਨੱਚਣਾ ਸੌਖਾ ਕੰਮ ਨਹੀਂ ਹੈਗਾ, ਬੜੀ ਮਿਹਨਤ ਦੀ ਲੋੜ ਹੈਗੀ ਆ। ਇੱਥੋਂ ਸਮੱਤ ਲੈਣੀ ਆ। ਜਿਹੜੇ ਨੱਚਦੇ ਨੇ ਨਾ ਜੀ ਦੁਨੀਆ ਦੇ ਵਿੱਚ, ਉਹ ਬੜੀ ਮਿਹਨਤ ਕਰਦੇ ਆ ਜੀ, ਖਾਣੇ ਦਾ ਸੰਜਮ ਰੱਖਦੇ ਨੇ ਜੀ, ਉਹ ਸਰੀਰ ਨੂੰ ਸੋਧ ਕੇ ਰੱਖਦੇ ਆ ਜੀ। ਅਤੇ ਸੁਰ ਤਾਲ ਦੇ ਵਿੱਚ ਐਵੇਂ ਕਿ ਉੱਥੇ ਹੱਥ ਤਾੜੀਆਂ ਮਾਰੀ ਜਾਵੇ, ਭੁੜਕੀ ਜਾਵੇ, ਵੇਂਦਾ ਜੀ ਕੋਈ ਉਹਨੂੰ ਜੀ ਉੱਥੇ। ਪਰ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਲੱਖਾਂ ਲੋਕ ਇਕੱਠੇ ਹੁੰਦੇ ਜੀ ਉਹਨਾਂ ਨੂੰ ਵੇਖਣ ਵਾਸਤੇ, ਲੱਖਾਂ ਲੋਕ, ਅਤੇ ਕਰੋੜਾਂ ਰੁਪਈਆ ਖਰਚ ਹੁੰਦਾ ਜੀ। ਹਾਂਜੀ, ਉਹ ਸੰਸਾਰ ਦੀ ਗੱਲ ਮਹਾਰਾਜ ਸਾਨੂੰ ਜਿਹੜੀ ਗੱਲ ਸਮਝਾ ਰਹੇ ਆ। ਮਹਾਰਾਜ ਕਹਿੰਦੇ ਭਾਈ ਤੁਸੀਂ ਉਸ ਪ੍ਰਭੂ ਪਰਮੇਸ਼ਰ ਦੇ ਨਾਮ ਵਿੱਚ ਧਿਆਨ ਨੂੰ ਜੋੜਨ ਵਾਸਤੇ ਕੀ ਕਰਨਾ ਹੈ? ਆਪਣੇ ਆਪ ਨੂੰ ਲੈਅਬੱਧ ਕਰਨਾ ਜੀ, ਆਪਣੇ ਆਪ ਨੂੰ ਮਰਿਆਦਾ ਦੇ ਵਿੱਚ ਲੈ ਕੇ ਆਉਣਾ ਜੀ। ਤੁਸੀਂ ਜਿਨ੍ਹਾਂ ਨੇ ਲੱਖਾਂ ਲੋਕਾਂ ਦੇ ਸਾਹਮਣੇ ਆਉਣਾ ਨਾ ਜੀ, ਉਹ ਬੜੀ ਤਿਆਰੀ ਕਰਕੇ ਆਉਂਦੇ ਨੇ ਜੀ। ਉਹ ਇਹ ਨਹੀਂ ਵੀ ਇੱਥੋਂ ਉੱਠੇ ਤੇ ਉੱਥੇ ਜਾ ਕੇ ਖੜੇ ਹੋ ਗਏ। ਉਹਨਾਂ ਨੂੰ ਨਾ ਕੋਈ ਸੱਦਦਾ ਤੇ ਨਾ ਕੋਈ ਪਸੰਦ ਕਰਦਾ। ਜਿਹੜੇ ਮਿਹਨਤ ਨਹੀਂ ਨਾ ਕਰਦੇ, ਕੋਈ ਨਹੀਂ ਉਹਨਾਂ ਵੱਲ ਵੇਖਦਾ, ਕੋਈ ਨਹੀਂ ਸੁਣਦਾ ਜੀ ਉਹਨਾਂ ਨੂੰ। ਆਪਣੇ ਖਾਣੇ 'ਤੇ ਸੰਜਮ ਰੱਖਣਾ ਜੀ, ਮਿਹਨਤ ਕਰਨੀ, 10-10 12-12 ਘੰਟੇ ਮਿਹਨਤ ਕਰਨੀ ਜੀ। ਸਰੀਰ ਨੂੰ ਸਵਾਰਨਾ, ਮਨ ਨੂੰ ਤਕੜਿਆਂ ਕਰਨਾ। ਮਾੜਾ ਬੰਦਾ 10-20 ਬੰਦੇ ਬੈਠੇ ਹੋਣ ਤਾਂ ਉਹਨਾਂ 'ਚ ਗੱਲ ਨਹੀਂ ਕਰ ਸਕਦਾ ਜੀ। ਉਹ 'ਤੇ ਕਿਉਂ? ਉਹਨੇ ਕੋਈ ਮਿਹਨਤ ਨਹੀਂ ਕੀਤੀ, ਕੋਈ ਕਮਾਈ ਨਹੀਂ ਕੀਤੀ, ਘਬਰਾਹਟ ਬਣੀ ਰਹਿੰਦੀ ਹੈ, ਡਰ ਬਣਿਆ ਰਹਿੰਦਾ ਜੀ ਹਰ ਵੇਲੇ। ਗਰੀਬ ਨਵਾਜ਼ ਸਾਨੂੰ ਸਮੱਤ ਦਿੰਦੇ, ਹਰ ਜਨ ਨੱਚ ਹੋ ਹਰ ਹਰ ਧਿਆਏ।
ਗੁਰਮੁਖੋ ਪਿਆਰਿਓ ਸੇਵਕੋ, ਨਾਮ ਵਿੱਚ ਧਿਆਨ ਲੱਗੇ, ਇਹਦੇ ਵਾਸਤੇ ਤੁਸੀਂ ਇੱਕ ਸਿਖਲਾਈ ਪ੍ਰਾਪਤ ਕਰੋ ਜੀ। ਤੁਹਾਡਾ ਜੀਵਨ ਜਿਹੜਾ ਨਾ ਇਹ ਸੁਰ ਤਾਲ ਦੇ ਵਿੱਚ ਹੋਣਾ ਚਾਹੀਦਾ, ਬੇਢੰਗਾ ਜੀਵਨ ਨਹੀਂ ਹੋਣਾ ਚਾਹੀਦਾ ਜੀ। ਤੁਹਾਨੂੰ ਇਹ ਸੋਝੀ ਹੋਣੀ ਚਾਹੀਦੀ ਵੀ ਸਾਨੂੰ ਕੀ ਖਾਣਾ ਚਾਹੀਦਾ ਜੀ, ਕਿਸ ਤਰ੍ਹਾਂ ਦਾ ਪਹਿਨਣਾ ਚਾਹੀਦਾ ਜੀ, ਕਿਸ ਤਰ੍ਹਾਂ ਬੋਲਣਾ ਚਾਹੀਦਾ ਜੀ, ਕਿਸ ਤਰ੍ਹਾਂ ਵੇਖਣਾ ਚਾਹੀਦਾ ਜੀ। ਇਹ ਸਾਰਾ ਕੁਝ ਤੁਸੀਂ ਆਪਣਾ ਠੀਕ ਕਰੋਗੇ ਤੇ ਫਿਰ ਤੁਹਾਡਾ ਧਿਆਨ ਨਾਮ ਦੇ ਵਿੱਚ ਲੱਗੇਗਾ ਜੀ। ਜੇ ਸੰਸਾਰੀ ਰੰਗ ਮੇਲਿਆਂ ਵਿੱਚ ਵੀ ਲੱਗੇ ਰਹਿ ਜੀ, ਕਿਸੇ ਮਰਜ਼ਾਦਾ ਵਿੱਚ ਨਾ ਰਹਿ, ਆਪਣੇ ਆਪ ਨੂੰ ਲੈਬੱਧ ਨਾ ਕੀਤਾ ਤੇ ਧਿਆਨ ਨਾਮ ਵਿੱਚ ਨਹੀਂ ਜੁੜਨਾ ਜੀ। ਉਹਨਾਂ ਵੱਲ ਵੇਖ ਕੇ, ਕਿਉਂ ਸੰਸਾਰੀ ਪ੍ਰਮਾਣ ਦਿਸਦੇ ਹੋਏ ਮਹਾਰਾਜ ਨੇ ਸਾਨੂੰ ਬੜੇ ਸੌਖੇ ਸੌਖੇ ਪ੍ਰਮਾਣ ਦਿੱਤੇ। ਵੇਖੋ ਨਾ, ਮਹਾਰਾਜ ਕਹਿੰਦੇ ਕਿਰਸਾਣੀ ਕਿਰਸਾਨ ਕਰੇ, ਲੋਚੇ ਜੀਓ ਲਾਏ। ਕਿੱਡਾ ਸੌਖਾ ਪ੍ਰਮਾਣ ਸਮਝਣ ਵਾਸਤੇ ਵੀ ਕਿਰਸਾਨ ਕਿਰਸਾਨੀ ਕਰਦਾ ਜੀ, ਹਲ ਜੋਤੈ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਤੜਕੇ ਜਾ ਕੇ ਹਲ ਵਾਹੁੰਦਾ ਜੀ, ਉਹ ਉਦਮ ਕਰਦਾ ਜੀ, ਮਿੱਟੀ ਨਾਲ ਮਿੱਟੀ ਹੁੰਦਾ, ਮੁੜ ਕੇ ਇੰਨੀ ਮਿਹਨਤ ਕਮਾਈ। ਉਹਦਾ ਨਿਸ਼ਾਨਾ ਕੀ ਹੈ ਜੀ? ਉਹਦਾ ਨਿਸ਼ਾਨਾ ਇਹ ਵੀ ਮੇਰੇ ਪੁੱਤ ਧੀ ਰੱਜ ਕੇ ਰੋਟੀ ਖਾਣ ਜੀ, ਸਾਡੇ ਘਰ ਭੁੱਖ ਨਾ ਵਰਤੇ, ਸਾਡੇ ਘਰ ਖਾਣ ਪੀਣ ਦੀ ਕਮੀ ਨਾ ਰਹੇ। ਕਿਰਸਾਣੀ ਕਿਰਸਾਨ ਕਰੇ, ਲੋਚੈ ਜੀਓ ਲਾਏ, ਹਲ ਜੋਤੇ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਇਹ ਮਹਾਰਾਜ ਨੇ ਪ੍ਰਮਾਣ ਦਿੱਤਾ, ਸੰਸਾਰੀ ਦਿਸਦਾ ਹੋਇਆ, ਜਿਹਦੇ ਵੱਲ ਵੇਖ ਕੇ ਅਸੀਂ ਸਮਝ ਸਕਦੇ ਹਾਂ। ਤੇ ਫਿਰ ਅੱਗੇ ਮਹਾਰਾਜ ਨੇ ਸਮਝਾਇਆ, ਸੱਚੇ ਪਾਤਸ਼ਾਹ ਜੀ ਨੇ, ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਆ ਨਾ ਜੀ, ਉਹ ਰੱਬ ਨੂੰ ਮਿਲਣ ਵਾਸਤੇ ਉਦਮ ਕਰਦੇ ਨੇ ਜੀ, ਉਹ ਵੀ ਉਦਮ ਕਰਦੇ ਨੇ ਜੀ। ਪਰਮੇਸ਼ਰ ਉਹਨਾਂ ਦੇ ਨਾਲ, ਵਾਹਿਗੁਰੂ ਜੀ ਉਹਨਾਂ ਦੇ ਨਾਲ ਬਹੁਤ ਪਿਆਰ ਕਰਦੇ ਨੇ, ਐਸੇ ਉਦਮੀਆਂ ਦੇ ਨਾਲ। ਐਸੇ ਜਿਹੜੇ ਉਦਮੀ ਸਿੱਖ ਨੇ ਉਹ ਰੱਬ ਨੂੰ ਚੰਗੇ ਲੱਗਦੇ ਨੇ ਜੀ। ਇਸੇ ਤਰ੍ਹਾਂ ਪ੍ਰਮਾਣ ਦਿੱਤਾ ਮਹਾਰਾਜ ਨੇ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਦਿਸਦਾ ਹੋਇਆ ਪ੍ਰਮਾਣ ਸਾਹਮਣੇ। ਪ੍ਰੀਤ ਦਾ ਅਰਥ ਇੱਥੇ ਖੁਸ਼ੀ ਹੈ ਜੀ। ਪੁੱਤ ਰੱਜ ਰੱਜ ਕੇ ਖਾਵੇ, ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜੀ, ਬੜੀ ਖੁਸ਼ ਹੁੰਦੀ ਆ। ਅੱਜ ਮੇਰੇ ਪੁੱਤ ਨੇ ਦੁੱਧ ਰੱਜ ਕੇ ਪੀਤਾ, ਅੱਜ ਪ੍ਰਸ਼ਾਦੇ ਰੱਜ ਕੇ ਛਕੇ, ਅੱਜ ਫਲ ਫਰੂਟ ਛਕਿਆ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ। ਖੁੱਲ੍ਹਾ ਪਾਣੀ ਹੋਵੇ ਨਾ, ਮੱਛੀ ਨੂੰ ਬੜੀ ਖੁਸ਼ੀ ਹੁੰਦੀ ਹੈ। ਹਾਂਜੀ, ਗੁਰਸਿੱਖ ਪ੍ਰੀਤ ਗੁਰ ਮਿਲ ਆਘਾਏ। ਗੁਰਸਿੱਖ ਨੂੰ ਖੁਸ਼ੀ ਹੁੰਦੀ ਆਪਣੇ ਗੁਰੂ ਨੂੰ ਮਿਲ ਕੇ। ਇਹ ਪ੍ਰਮਾਣ ਬਾਹਰੀ ਤੌਰ ਤੇ ਸਮਝਣ ਵਾਸਤੇ ਸੌਖੇ ਸੌਖੇ ਪ੍ਰਮਾਣ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ। ਸੌਖੇ ਪ੍ਰਮਾਣ ਜਿਹੜੇ ਇਸ ਸੰਸਾਰ ਵਿੱਚ ਦਿਸਦੇ ਨੇ, ਅਸੀਂ ਵੇਖ ਸਕਦੇ ਹਾਂ ਜੀ। ਸਾਨੂੰ ਸਮਝਾਇਆ ਮਹਾਰਾਜ ਨੇ। ਇੱਥੇ ਗੁਰੂ ਜੀ ਕਹਿੰਦੇ, ਹਰ ਜਨ ਨੱਚ ਹੋ ਹਰ ਹਰ ਧਿਆਏ ਭਾਈ। ਤੁਸੀਂ ਪਰਮੇਸ਼ਰ ਦੇ ਨਾਮ ਵਿੱਚ ਧਿਆਨ ਲਾਉਣਾ ਹੈ, ਪਰ ਉਹ ਧਿਆਨ ਤਾਂ ਲੱਗੇਗਾ ਜੇ ਤੁਸੀਂ ਆਪਣੇ ਆਪ ਨੂੰ ਮਰਜ਼ਾਦਾ ਦੇ ਵਿੱਚ ਲੈ ਕੇ ਆਓਗੇ ਜੀ। ਤੁਹਾਡਾ ਖਾਣਾ ਮਰਜ਼ਾਦਾ ਵਿੱਚ ਹੋਵੇ, ਤੁਹਾਡਾ ਬੋਲਣਾ ਮਰਜ਼ਾਦਾ ਵਿੱਚ ਹੋਵੇ, ਚੱਲਣਾ ਫਿਰਨਾ ਤੁਰਨਾ ਮੇਲ ਮਿਲਾਪ ਤੁਹਾਡਾ ਮਰਜ਼ਾਦਾ ਦੇ ਵਿੱਚ ਹੋਵੇ। ਐਸਾ ਨਾ ਹੋਵੇ ਕਿ ਸਵੇਰੇ ਤੁਸੀਂ ਗੁਰਦੁਆਰੇ ਜਾਓ ਤੇ ਸ਼ਾਮ ਨੂੰ ਤੁਸੀਂ ਠੇਕੇ ਵਾਲਿਆਂ ਦੇ ਕੋਲ ਬੈਠੋ ਜਾ ਕੇ, ਮਰਜ਼ਾਦਾ ਨਹੀਂ ਬਣੇਗੀ ਜੀ। ਜ਼ਿੰਦਗੀ ਦਾ ਤਰੀਕਾ ਸਹੀ ਨਹੀਂ ਬਣ ਸਕੇਗਾ ਜੀ। ਸੰਗਤ ਵੀ ਉਹੋ ਜਿਹੀ ਕਰਨੀ ਹੈ ਜਿਹੜੀ ਗੁਰੂ ਚਰਨਾਂ ਦੇ ਨਾਲ ਜੋੜੇ। ਸਤ ਸੰਗਤ ਮਿਲੀਏ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ। ਸਾਧੂ ਜਨਾਂ ਦੇ ਕੋਲ ਸੰਗਤ ਕਰੀਏ, ਜਿੱਥੇ ਸੱਤ ਦੇ ਨਾਲ ਜੁੜਿਆ ਜਾਵੇ, ਸੱਤ ਦੇ ਸੰਗੀ ਬਣਿਆ ਜਾਵੇ, ਸੱਚੇ ਬਣਿਆ ਜਾਵੇ, ਸਚਿਆਰ ਬਣਿਆ ਜਾਵੇ। ਤੇ ਉਹਨਾਂ ਮਹਾਂਪੁਰਖਾਂ ਦੇ ਕੋਲ ਜਾਈਏ ਜਿੱਥੇ ਰੱਬ ਦੇ ਗੁਣ ਗਾਏ ਜਾਂਦੇ ਨੇ ਜੀ। ਉਹਨਾਂ ਵਿੱਚ ਮਿਲ ਕੇ ਆਪ ਵੀ ਗਾਵਣੇ ਆ। ਜਾਚ ਸਿੱਖਣੀ ਪਰਮੇਸ਼ਰ ਦੇ ਗੁਣ ਗਾਵਣ ਦੀ। ਤੇ ਫਿਰ ਕੀ ਹੋਏ ਗਿਆ? ਗਿਆਨ ਰਤਨ ਬਲਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਗਿਆਨ ਰਤਨ ਬਲਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਅੰਦਰ ਗਿਆਨ ਪ੍ਰਕਾਸ਼ ਹੋਏਗਾ ਜੀ। ਰਤਨ ਦਾ ਪ੍ਰਮਾਣ ਦਿੱਤਾ, ਰਤਨ 'ਚ ਪ੍ਰਕਾਸ਼ ਹੁੰਦਾ ਜੀ। ਗਿਆਨ ਰਤਨ ਬਲਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਇਹਦੀ ਪ੍ਰਾਪਤੀ ਵਾਸਤੇ ਕੀ ਕਰਨਾ ਹੈ? ਹਰ ਜਨ ਨੱਚ ਹੋ ਹਰ ਹਰ ਧਿਆਏ।
ਨਾਚੋ ਦਾ ਅਰਥ ਨਿਰਣਾ ਵੀ ਹੁੰਦਾ, ਜੇ ਧਿਆਨ ਦਿਓ ਸਾਰੇ ਜਣੇ। ਨਿਰਣਾ ਕਰਨਾ, ਕਿਸੇ ਗੱਲ ਦਾ ਫੈਸਲਾ ਕਰਨਾ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਨਾਮ ਵਿੱਚ ਧਿਆਨ ਜੁੜੇ, ਇਹਦੇ ਵਾਸਤੇ ਤੁਹਾਨੂੰ ਕੁਝ ਫੈਸਲੇ ਕਰਨੇ ਪੈਣੇ ਜੀ। ਨਿਰਣਾ ਕਰਨਾ ਪੈਣਾ, ਇਹਨਾਂ ਗੱਲਾਂ ਨੂੰ ਤੁਹਾਨੂੰ ਸਮਝਣਾ ਪੈਣਾ, ਤੁਹਾਨੂੰ ਬੁੱਝਣਾ ਪੈਣਾ। ਤਾਂ ਹੀ ਆਖਿਆ ਨਾ ਐਸੇ ਸੰਤ ਮਿਲੇ ਮੇਰੇ ਭਾਈ। ਇਹੋ ਜਿਹੇ ਸੰਤਾਂ ਨੂੰ ਮਿਲਣਾ ਹੈ ਜਿਹੜੇ ਇਹ ਗੱਲ ਸਮਝਾ ਦੇਣ ਜੀ। ਨਿਰਣਾ ਕੀ ਕਰਨਾ ਹੈ ਭਾਈ? ਸੰਸਾਰ ਵਿੱਚ ਜੰਮਣ ਮਰਨ ਚੱਲ ਰਿਹਾ ਜੀ। ਹਾਂਜੀ, ਹੁਣ ਇਹ ਮਾਨਸ ਦੇ ਮਿਲੀ ਹੈ, ਇਹ ਹੁਣ ਤੁਸਾਂ ਫੈਸਲਾ ਕਰਨਾ ਹੈ ਕਿ ਜੰਮਣ ਮਰਨ ਤੋਂ ਬਰੀ ਹੋਣਾ ਕਿ ਜਾਂ ਫਿਰ ਜੰਮਦੇ ਮਰਦੇ ਹੀ ਰਹਿਣਾ ਜੀ। ਇਹ ਫੈਸਲਾ ਤੁਹਾਡੇ ਕੋਲ ਹੈਗਾ। ਗੁਰੂ ਜੀ ਕਹਿੰਦੇ ਨਿਰਣਾ ਕਰੋ। ਹੁਣ ਤੁਸੀਂ ਨਿਰਣਾ ਕਰੋ, ਫੈਸਲੇ ਦੀ ਘੜੀ ਆ, ਕਰੋ ਫੈਸਲਾ। ਸੱਤ ਤੇ ਅਸੱਤ ਦੀ ਵਿਚਾਰ ਕਰੋ। ਗੁਰਮੁਖ ਮਹਾਂਪੁਰਖ ਪਰਮੇਸ਼ਰ ਦੇ ਪਿਆਰੇ ਨੂੰ ਮਿਲ ਕੇ ਵਿਵੇਕ ਵਿਚਾਰ ਕਰੋ। ਝੂਠੇ ਬਣਨਾ ਹੈ ਕਿ ਸੱਚੇ ਬਣਨਾ ਹੈ? ਨੇਕ ਬਣਨਾ ਹੈ, ਪੁੰਨੀ ਬਣਨਾ, ਪਾਪੀ ਬਣਨਾ ਹੈ, ਸਚਿਆਰ ਬਣਨਾ ਹੈ? ਆਪਣੇ ਆਪ ਨੂੰ ਜੰਮਣ ਮਰਨ ਤੋਂ ਬਚਾਉਣਾ ਕਿ ਜਾਂ ਇਸੇ ਤਰ੍ਹਾਂ ਘੁੰਮਣ ਘੇਰੀ 'ਚ ਪਏ ਰਹਿਣਾ ਜੀ? ਇਹਦਾ ਫੈਸਲਾ ਕਰੋ। ਸਾਰੀ ਉਮਰ ਲੰਘ ਜਾਂਦੀ, ਬੰਦਾ ਫੈਸਲਾ ਨਹੀਂ ਜੇ ਕਰਦਾ ਜੀ। ਗੁਰੂ ਜੀ ਬਾਰ-ਬਾਰ ਬੰਦੇ ਨੂੰ ਸਮਝਾਉਂਦੇ, ਬਾਰ-ਬਾਰ ਬੰਦੇ ਨੂੰ ਸਮਝਾਉਂਦੇ ਆ, ਪਰ ਆਦਮੀ ਇਹ ਨਿਰਣਾ ਨਹੀਂ ਜੇ ਕਰਦਾ, ਤੇ ਨਾ ਕਿਸੇ ਨੂੰ ਪੁੱਛਦਾ ਹੀ ਹੈ ਜਾ ਕੇ ਜੀ। ਸਰਦਾਰ ਜੀ ਸ਼ੀਨਾ ਜੀ ਮੇਰੇ ਸਾਹਮਣੇ ਬੈਠੇ ਆ। ਕੱਲ ਮੈਨੂੰ ਕਹਿਣ ਲੱਗਿਆ ਵੀ ਸਾਨੂੰ ਕੈਨੇਡਾ ਦੇ ਵਿੱਚੋਂ ਸਿਨੇ ਆ ਰਹੇ ਆ, ਮੇਰੇ ਪੁੱਤ ਦੇ ਘਰ ਬੱਚੀ ਹੋਈ, ਪੋਤਰੀ ਹੋਈ, ਤੇ ਉਹਦੇ ਵੀ ਛੇਤੀ ਛੇਤੀ ਆਓ, ਸਾਡਾ ਸਰਦਾ ਨਹੀਂ, ਤੇ ਆ ਕੇ ਉਹਨੂੰ ਸਾਂਭੋ। ਸਾਹਮਣੇ ਬੈਠੇ। ਮੈਂ ਆਖਿਆ ਪਹਿਲਾਂ ਤੁਹਾਂ ਆਪਣੇ ਪੁੱਤ ਪਾਲੇ, ਧੀਆਂ ਪਾਲੀਆਂ, ਵਿਆਹੇ, ਉਹ ਆਪਣੇ ਆਪਣੇ ਟਿਕਾਣਿਆਂ 'ਤੇ ਚਲੇ ਗਏ ਆ। ਤੁਹਾਂ ਠੇਕਾ ਲਿਆ ਹੁਣ ਗਾਂ ਕੇ ਕਿ ਪੋਤਰੇ ਪੋਤਰੀ ਵੀ ਤੁਹਾਂ ਪਾਲਣੇ। ਤੁਸੀਂ ਫੈਸਲਾ ਕਰੋ ਕਿ ਮਾਨਸ ਦੇ ਮਿਲੀ ਇਹਨੂੰ ਸਫਲ ਕਰਨਾ ਕਿ ਇਹਨੂੰ ਗਵਾਉਣਾ ਹੈ ਜੀ। ਮੋਹ ਦੇ ਚੱਕੜ ਵਿੱਚੋਂ ਨਿਕਲਣਾ ਕਿ ਫਸਣਾ ਹੈ? ਠੀਕ ਆ, ਲੈਣਾ ਦੇਣਾ ਸੀ ਪਹਿਲਾਂ ਪੁੱਤਾਂ ਧੀਆਂ ਦਾ ਰੱਬ ਨੇ ਨਿਬੇੜ ਦਿੱਤਾ, ਹੁਣ ਗਾਂ ਨਿਕਲੋ ਇਹਦੇ ਵਿੱਚੋਂ, ਨਿਕਲੋ। ਨਹੀਂ ਤੇ ਗੁਰੂ ਜੀ ਕਹਿੰਦੇ ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਹਲੇ। ਮਾਰੇ ਕਹਿੰਦੇ ਮੈਂ ਸੁਣੀ ਹੋਈ ਗੱਲ ਨਹੀਂ ਜੇ ਕਹਿ ਰਿਹਾ, ਮੈਂ ਵੇਖਿਆ ਲੋਕ ਮੋਹ ਦੇ ਵਿੱਚ ਫਸੇ ਹੋਏ ਡੁੱਬਦੇ ਜਾ ਰਹੇ ਨੇ ਜੀ। ਕਦੋਂ ਨਿਕਲਣਾ ਜੀ? ਕਾਲੀ ਹੂੰ ਫੁੰਨ ਧੌਲੇ ਆਏ, ਹੁਣ ਕਦੋਂ ਨਿਕਲਣਾ ਜੀ ਇਸ ਚੱਕਰ ਵਿੱਚੋਂ ਜੀ? ਬਾਬਾ ਫਰੀਦ ਜੀ ਨੇ ਫੈਸਲਾ ਕੀਤਾ ਜੀ। ਬਾਬਾ ਫਰੀਦ ਜੀ ਨੇ ਆਪਣਾ ਮੂੰਹ ਵੇਖਿਆ ਪਾਣੀ ਦੇ ਵਿੱਚ, ਸੀਸੇ ਨਹੀਂ ਹੁੰਦੇ ਪਹਿਲਾਂ ਜੀ। ਮੈਂ ਵੀ ਇਹੋ ਜਿਹੇ ਸੰਤਾਂ ਦੇ ਨਾਲ ਰਿਹਾ ਜਿਹੜੇ ਸੀਸਾ ਨਹੀਂ ਵੇਖਣ ਦਿੰਦੇ ਜੀ। ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ, ਜੇ ਕਿਤੇ ਪਤਾ ਲੱਗ ਜਾਏ ਕਿਸੇ ਸਿੰਘ ਦੇ ਕਮਰੇ 'ਚ ਸੀਸਾ, ਤੇ ਉਹਦੀ ਮਾਂਜੀ ਲੈਂਦੀ ਹੁੰਦੀ ਸੀ ਚੰਗੀ ਤਰ੍ਹਾਂ ਜੀ, ਵੀ ਸੀਸਾ ਕਿਉਂ ਰੱਖਿਆ ਤੂੰ ਬਈ, ਸੀਸਾ ਨਹੀਂ ਵੇਖਣਾ ਜੀ। ਤੇ ਉਹਨਾਂ ਸਮੇਂ ਤੇ ਸੀਸੇ ਹੁੰਦੇ ਹੀ ਨਹੀਂ ਸੀ। ਕਿਤੇ ਹੋਏਗਾ ਕਿਸੇ ਰਾਜੇ ਮਹਾਰਾਜੇ ਕੋਲ, ਸੀਸੇ ਕਿੱਥੇ ਹੁੰਦੇ ਸੀ ਜੀ ਉਦੋਂ ਜੀ। ਤੇ ਬਾਬਾ ਫਰੀਦ ਜੀ ਨੇ ਪਾਣੀ ਦੇ ਵਿੱਚ ਵੇਖਿਆ, ਤੇ ਥੋੜ੍ਹੇ ਜਿਹੇ ਕੇਸ ਦਾੜੇ ਦੇ ਵਿੱਚ ਚਿੱਟੇ ਚਿੱਟੇ ਨਿਕਲੇ ਵੇਖੇ ਜੀ ਉਹਨਾਂ ਨੇ। ਚਿਰਾਂ ਬਾਅਦ ਕਿਤੇ ਵੇਖਿਆ, ਕਹਿੰਦੇ ਦੇਖ ਫਰੀਦਾ ਜੇ ਥੀਆ, ਵੇਖ ਫਰੀਦਾ ਕੀ ਹੋਇਆ ਜੀ, ਦਾੜੀ ਹੋਈ ਭੂਰ। ਉਸ ਇਲਾਕੇ 'ਚ ਚਿੱਟੀ ਨੂੰ ਭੂਰ ਆਂਦੇ ਜੀ, ਬੋਲੀ ਉੱਥੋਂ ਦੀ। ਤੇ ਫਿਰ ਉਹਨਾਂ ਨੇ ਫੈਸਲਾ ਕੀਤਾ, ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ, ਤੇ ਸਾਡਾ ਤੇ ਪਿੱਛਾ ਬਹੁਤ ਦੂਰ ਰਹਿ ਗਿਆ, ਬਹੁਤ ਦੂਰ ਰਹਿ ਗਿਆ। ਤੇ ਅਜੇ ਵੀ ਦਿਨ ਰਾਤ ਇਹੀ ਆ ਵੀ ਪੈਸੇ ਇੰਨੇ ਜਮ੍ਹਾਂ ਕਰ ਲਈਏ, ਹਾਂਜੀ ਜ਼ਮੀਨ ਬਹੁਤ ਖਰੀਦ ਲਈਏ, ਚੌਧਰ ਜਿਹੜੀ ਅੱਗੇ ਨਾਲੋਂ ਵੱਡੀ ਹੋਣੀ ਚਾਹੀਦੀ, ਜਿਹੜੀ ਕਰ ਕਰਕੇ ਸਿਰ 'ਚ ਖੇਹ ਪਵਾਈ, ਉਸ ਚੌਧਰ ਵਾਸਤੇ ਦਿਨ ਰਾਤ ਲੋਕ ਫਿਰ ਮਰਨ ਡਏ ਜੀ। 80 90 ਸਾਲ ਦੀ ਉਮਰ ਲੰਘੀ ਆ, ਚੌਧਰ ਕਰਦੇ ਕਰਦੇ ਸਿਰ 'ਚ ਖੇਹ ਪਵਾਈ। ਜੋ ਦੁਨੀਆ ਦਾ ਇਲਜ਼ਾਮ ਮੱਥੇ ਤੇ ਮੜਿਆ ਜਾ ਰਿਹਾ ਹੈ, ਲੱਗ ਰਿਹਾ ਹੈ ਵੀ ਇਹ ਦੋਸ਼ੀ ਬੰਦੇ ਨੇ, ਫਿਰ ਉਹਦਾ ਖਹਿੜਾ ਨਹੀਂ ਛੱਡਣ ਨੂੰ ਤਿਆਰ ਹੈਗੇ ਜੀ। ਫਿਰ ਉਹਦੇ ਵਾਸਤੇ ਦਿਨ ਰਾਤ ਭੱਜ ਦੌੜਾ। ਤੇ ਮਾਰੇ ਕੀ ਆਂਦੇ ਆ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵੰਨ। ਦੱਸੋ ਕਿੰਨੇ ਕੁ ਬੰਦੇ ਉਹ ਪਾਸਾ ਛੱਡਣ ਨੂੰ ਤਿਆਰ ਹੈਗੇ ਜੀ। 90 ਸਾਲ ਦੇ ਬੁੱਢੇ ਬੁਰੀ ਤਰ੍ਹਾਂ ਚਿੰਬੜੇ ਪਏ ਨੇ, ਹੱਥ ਪੈਰ ਕੰਬਣ ਡਏ ਉਹਨਾਂ ਦੇ, ਤੇ ਅਜੇ ਵੀ ਨਹੀਂ ਜੇ ਖੜਾ ਛੱਡਣ ਡਏ। ਤੇ ਮਹਾਰਾਜ ਨੇ ਰਿਜ਼ਲਟ ਦੇ ਦਿੱਤਾ ਜੇ ਨਾਲ ਹੀ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵੰਨ। ਕੀ ਹਾਲ ਹੁੰਦਾ
ਤੇ ਇਸ ਬੰਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਭਾਈ ਆਓ ਆਓ ਲੱਗੋ ਇਸ ਪਾਸੇ, ਤੁਸੀਂ ਵੀ ਤਰੋਗੇ ਤੁਹਾਡੀਆਂ ਕੁਲਾਂ ਵੀ ਤਰ ਜਾਣਗੀਆਂ। ਸੰਤ ਸ਼ਬਦ ਮਾਰੇ ਕਹਿ ਰਹੇ ਨੇ, ਸੰਤ ਸੰਤ ਜਿਹੜਾ ਐਂ ਸ਼ਾਂਤ ਹੋ ਗਿਆ ਜੀ, ਜਿਹਦੇ ਅੰਦਰ ਕੋਈ ਸੰਸਾ ਨਹੀਂ ਹੈਗਾ, ਕੋਈ ਪਕੜ ਨਹੀਂ ਹੈਗੀ ਜੀ, ਕੋਈ ਭੁੱਖ ਨਹੀਂ ਹੈਗੀ। ਸੰਤ ਸੱਸੇ ਟਿੱਪੀ, ਕੋਈ ਸੰਸਾ ਨਹੀਂ ਹੈਗਾ। ਕਿਹੜਾ ਬੰਦਾ ਦੁਨੀਆ ਤੁਹਾਨੂੰ ਸੰਸੇ ਤੋਂ ਰਹਿਤ ਮਿਲੇਗਾ ਜੀ? ਭਰੇ ਪਏ ਲੋਕਾਂ ਦੇ ਹਿਰਦੇ ਸੰਸਿਆਂ ਨਾਲ ਸੜ ਰਹੀ ਹੈ ਦੁਨੀਆ ਜੀ। ਸੰਤ ਕਿਸੇ ਲੀੜੇ ਕੱਪੜਿਆਂ ਦਾ ਨਾਮ ਨਹੀਂ ਜਾਏਗਾ, ਹਾਂਜੀ, ਕਿਸੇ ਵੱਖਰੀ ਵਰਦੀ ਦਾ ਨਾਮ ਸੰਤ ਨਹੀਂ ਜੀ ਹੈਗਾ, ਵੱਖਰੀ ਬੋਲੀ ਦਾ ਨਾਮ ਨਹੀਂ ਜੇ ਸੰਤ ਹੈਗਾ, ਕਿਸੇ ਹੋਰ ਤਰ੍ਹਾਂ ਦੀ ਆਪਣੀ ਬਣਾਈ ਢੰਗ ਦੀ ਰਹਿਣੀ ਬਹਿਣੀ ਦਾ ਨਾਮ ਨਹੀਂ ਹੈਗਾ। ਸੰਤ ਤੇ ਇੱਕ ਅਵਸਥਾ ਹੈਗੀ ਹੈ ਜੀ, ਉਹ ਤੁਸੀਂ ਹੁਣੇ ਸੁਣਿਆ ਭਾਈ ਸਾਹਿਬ ਦੇ ਕੋਲੋਂ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਸਵਾਸ ਸਵਾਸ ਰੱਬ ਦਾ ਨਾਮ ਚੇਤੇ ਹੈ, ਮੂੰਹ 'ਚ ਬੁਰਕੀ ਪਾਈ ਤਾਂ ਵੀ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ ਜੀ, ਤਾਂ ਵੀ ਸਿਮਰਨ ਹੋ ਰਿਹਾ ਜੀ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ। ਸੰਤ ਇੱਥੇ ਮਾਰੇ ਨਹੀਂ ਆਖਿਆ ਵੀ ਫਲਾਣੇ ਨੇ ਬੜੀ ਜ਼ਮੀਨ ਬਣਾ ਲਈ ਜੀ, ਬੜੀ ਵੱਡੀ ਚੌਧਰ ਪ੍ਰਾਪਤ ਕਰ ਲਈ, ਬੜਾ ਪੈਸਾ ਇਕੱਠਾ ਕਰ ਲਿਆ, ਨਾ, ਉਹਨਾਂ ਵਾਸਤੇ ਤੇ ਲਾਣਤਾਂ ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤਦਾਰਾ ਪਹਿ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਵੇਰਾ ਤੇਰੇ ਜੀ ਪਹਿ ਲੀਜੇ। ਉਹਨਾਂ ਨੂੰ ਤਾਂ ਸਾਫ਼ ਕਹਿ ਦਿੱਤਾ ਵੀ ਹਿਸਾਬ ਕਿਤਾਬ ਦੇਣਾ ਪੈਣਾ ਜੇ ਤੁਹਾਨੂੰ ਜੀ। ਸੱਚੇ ਪਾਤਸ਼ਾਹ ਕਹਿੰਦੇ ਹਰ ਜਨ, ਰੱਬ ਨੂੰ ਮੰਨਣ ਵਾਲਿਓ, ਰੱਬ ਦੇ ਰਾਹ 'ਤੇ ਚੱਲਣ ਵਾਲਿਓ, ਸੁਣ ਲਓ ਧਿਆਨ ਦੇ ਨਾਲ। ਜੇ ਤੁਸੀਂ ਨਾਮ ਵਿੱਚ ਜੁੜਨਾ ਚਾਹੁੰਦੇ ਹੋ, ਤੁਹਾਡਾ ਧਿਆਨ ਨਾਮ ਵਿੱਚ ਜੁੜੇ, ਕਿਉਂ ਹੋਰ ਰਾਹ ਕੋਈ ਨਹੀਂ ਛੁਟਕਾਰੇ ਦਾ ਜੀ, ਬਿਨ ਹਰ ਭਜਨ ਨਹੀਂ ਛੁਟਕਾਰਾ, ਹੋਰ ਕੋਈ ਰਸਤਾ ਨਹੀਂ ਹੈਗਾ। ਤੇ ਫਿਰ ਮਹਾਰਾਜ ਕਹਿੰਦੇ ਤੁਹਾਨੂੰ ਨਿਰਣਾ ਕਰਨਾ ਪੈਣਾ, ਤੁਹਾਨੂੰ ਫੈਸਲਾ ਕਰਨਾ ਪੈਣਾ ਜੀ। ਕਿਉਂ ਗੱਲ ਇਹ ਆ, ਇੱਕ ਹੁੰਦੀ ਸ਼ਰਧਾ, ਇੱਕ ਹੁੰਦੀ ਉੱਚੀ ਸ਼ਰਧਾ। ਉੱਚੀ ਸ਼ਰਧਾ ਤੁਹਾਡੇ ਵਿੱਚ ਜਿਹੜੇ ਕੋਈ ਜ਼ਿਮੀਂਦਾਰ ਇੱਥੇ ਬੈਠੇ ਉਹਨਾਂ ਨੂੰ ਪਤਾ ਹੋਣਾ ਹੈ, ਉਹ ਆਪਣੀ ਜ਼ਮੀਨ ਦੇ ਵਿੱਚ ਵੱਟਾਂ ਪਾਉਂਦੇ ਨੇ ਜੀ, ਥੋੜ੍ਹੀ ਥੋੜ੍ਹੀ ਵਿੱਥ ਦੇ ਵੱਟਾਂ ਪਾਉਂਦੇ ਆ, ਅਤੇ ਉਹਨੂੰ ਆਂਦੇ ਕਿਆਰਾ, ਹਾਂਜੀ, ਇੱਕ ਕਿੱਲੇ ਦੇ ਵਿੱਚ ਵੱਟਾਂ ਪਾਉਂਦੇ ਆ, ਕਿਆਰਾ ਆਂਦੇ ਆ। ਵੱਟ ਹਮੇਸ਼ਾ ਜ਼ਮੀਨ ਨਾਲੋਂ ਉੱਚੀ ਹੁੰਦੀ ਹੈ ਜੀ, ਹਾਂਜੀ। ਜੇ ਜ਼ਮੀਨ ਨੂੰ ਵੱਟ ਨਹੀਂ ਹੈਗੀ, ਜ਼ਮੀਨ ਪੱਧਰੀ ਆ, ਪਾਣੀ ਉਹਦੇ ਵਿੱਚ ਪਾਓਗੇ, ਪਾਣੀ 'ਚ ਚਾਰ ਚੁਫੇਰੇ ਨਿਕਲ ਜਾਏਗਾ, ਖਲੋਏਗਾ ਨਹੀਂ ਵਿੱਚ। ਪਾਣੀ ਵਿੱਚ ਖਲਿਆਰਨ ਵਾਸਤੇ ਵੱਟ ਉੱਚੀ ਕਰਨੀ ਪੈਂਦੀ ਹੈ ਜੀ, ਇੰਨੀ ਘੱਟ ਤੋਂ ਇੰਨੀ ਵੱਟ ਉੱਚੀ ਹੁੰਦੀ। ਪਾਣੀ ਇਕੱਠਾ ਹੋਏਗਾ, ਫਿਰ ਪਾਣੀ ਉਹ 'ਚ ਜੀਰੇਗਾ, ਧਰਤੀ ਨੂੰ ਤਾਕਤ ਮਿਲੇਗੀ, ਧਰਤੀ ਨਰਮ ਹੋਏਗੀ, ਬੀਜਿਆ ਹੋਇਆ ਬੀਜ ਪ੍ਰਫੁੱਲਤ ਹੋਏਗਾ ਜੀ। ਪਾਣੀ ਉੱਤੋਂ ਦੀ ਤਿਲਕ ਕੇ ਅੱਗੇ ਲੰਘ ਗਿਆ ਜੀ, ਥੱਲੇ ਉਸੇ ਤਰ੍ਹਾਂ ਸਖਤਾਈ ਰਹਿਣੀ, ਸਖਤ ਰਹਿਣੀ, ਤਾਕਤ ਮਿਲਣੀ ਨਹੀਂ, ਬੀਜੇ ਬੀਜ ਨੇ ਪ੍ਰਫੁੱਲਤ ਨਹੀਂ ਹੋਣਾ ਜੀ। ਸੱਚੇ ਪਾਤਸ਼ਾਹ ਸਮੱਤ ਦਿੰਦੇ ਨੇ, ਤੁਹਾਡੀ ਸ਼ਰਧਾ ਉੱਚੀ ਹੋਣੀ ਚਾਹੀਦੀ ਹੈ। ਤੁਹਾਡੀ ਸ਼ਰਧਾ ਜੇ ਨੀਵੀਂ ਰਹੇਗੀ ਤੇ ਫਿਰ ਜਿਹੜੇ ਪਾਸੇ ਤੁਹਾਡਾ ਧਿਆਨ ਜਾਏਗਾ ਉੱਧਰ ਹੀ ਤੁਹਾਨੂੰ ਉਹਨੇ ਖਿੱਚ ਕੇ ਲੈ ਜਾਣਾ ਜੀ। ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਜੀ, ਦਰਬਾਰ ਸਾਹਿਬ ਦੇ ਨਾਲ ਪਿਆਰ ਕਰਨ ਵਾਲੇ ਸਰੀਰ ਵੇਖੇ ਜੀ, ਬੀਬੀਆਂ ਵੀ ਵੇਖੀਆਂ ਤੇ ਬੰਦੇ ਵੀ ਵੇਖੇ ਜੀ। ਅੰਮ੍ਰਿਤ ਵੇਲੇ 2 ਵਜੇ ਉੱਠਣਾ, ਇਸ਼ਨਾਨ ਕਰਨਾ, ਤੇ ਬੜੇ ਚਾਅ ਦੇ ਨਾਲ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨੇ, ਤੇ ਫਿਰ ਆ ਕੇ ਦੱਸਣਾ ਵੀ ਸ਼ੁਕਰ ਹੈ, ਧੰਨ ਭਾਗ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ, ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ। ਅੰਮ੍ਰਿਤ ਵੇਲੇ ਮਹਾਰਾਜ ਬਲ ਬਖਸ਼ਦੇ ਨੇ, ਬੜਾ ਆਨੰਦ ਬਾਣੀ ਦਾ, ਬੜਾ ਆਨੰਦ ਬਾਣੀ ਦਾ ਜੀ। ਸ਼ਰਧਾ ਦੇ ਵਿੱਚ ਲੱਗੇ ਰਹੇ, ਪਰ ਜੇ ਤੇ ਸ਼ਰਧਾ ਹੁੰਦੀ ਉੱਚੀ, ਤੇ ਫਿਰ ਉਹਨਾਂ ਨੇ ਸੋਚਣਾ ਸੀ ਵੀ ਨਹੀਂ, ਇਹ ਜਿਹੜਾ ਆਨੰਦ ਬਣਿਆ ਜ਼ਿੰਦਗੀ ਦਾ ਕਿਆ ਪਤਾ ਕਿੰਨੀ ਕੁ ਹੈਗੀ ਹੈ ਜੀ, ਹਾਂਜੀ। ਹੁਣ ਵੇਖੋ ਨਾ, ਇੱਕ ਆਦਮੀ ਹੈ ਜੀ, ਉਹਨੇ ਨੌਕਰੀ ਕਰ ਲਈ ਤੋਂ ਰਿਟਾਇਰ ਹੋ ਗਿਆ ਜੀ, ਘਰ ਉਹਦੇ ਕੋਲ ਬੜਾ ਵਧੀਆ ਜੀ, ਪੈਨਸ਼ਨ ਉਹਦੀ ਖੁੱਲ੍ਹੀ ਡੁੱਲੀ ਮੁੱਕ ਨਹੀਂ ਸਕਦੀ ਉਹਦੇ ਕੋਲੋਂ ਜੀ, ਪੈਲੀ ਬੰਨਾ ਵੀ ਰੱਬ ਨੇ ਦਿੱਤਾ ਜੀ, ਤੇ ਉਸ ਥਾਂ 'ਤੇ ਉਹਦਾ ਵਾਸਾ ਏ ਜਿਸ ਬਾਰੇ ਬਾਣੀ ਵਿੱਚ ਲਿਖਿਆ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਤੁਹਾਨੂੰ ਦੁਨੀਆ ਦਾ ਕੋਈ ਇਹੋ ਜਿਹਾ ਮੁਲਕ ਨਹੀਂ ਮਿਲੇਗਾ ਜਿਸ ਬਾਰੇ ਤੁਹਾਨੂੰ ਗੁਰਬਾਣੀ ਗਵਾਹੀ ਦਿੰਦੀ ਹੋਵੇ ਵੀ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਸਾਡੇ ਵਾਸਤੇ ਇਹ ਤੋਂ ਅੱਗੇ ਕੋਈ ਗੱਲ ਨਹੀਂ ਹੈਗੀ ਜੀ।
ਸੱਚਾ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੋਂ ਅੱਗੇ ਹੋਰ ਕੋਈ ਗੱਲ ਨਹੀਂ ਹੈਗੀ, ਸਭ ਥੱਲੇ ਹੀ ਹੈ ਜੀ। ਸਤਿਗੁਰੂ ਜੀ ਕਹਿੰਦੇ ਨੇ, ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰਿਹਾ ਨਾਨਕ ਕਸਮਲ ਜਾਹੇ, ਨਹਾਇਐ ਰਾਮਦਾਸ ਸਰ। ਤੇ ਜਿਸ ਬੰਦੇ ਨੂੰ ਰੱਬ ਨੇ ਵਧੀਆ ਰੋਟੀ ਦਿੱਤੀ ਹੋਵੇ, ਖਰਚਾ ਵਰਚਾ ਖੁੱਲ੍ਹਾ ਹੋਵੇ, ਘਰ ਵਧੀਆ ਹੋਵੇ, ਤੇ ਗੁਰੂ ਘਰ ਦੇ ਨਾਲ ਉਹ ਜੁੜਿਆ ਹੋਵੇ ਜੀ, ਤੇ ਫਿਰ ਉਹ ਇੱਥੋਂ ਚਲਾ ਜਾਵੇ ਜੀ, ਤੇ ਫਿਰ ਤੁਸੀਂ ਦੱਸੋ ਵੀ ਸ਼ਰਧਾ ਜੇ ਉੱਚੀ ਹੁੰਦੀ, ਜਿਸ ਪਾਸੇ ਦਾ ਧਿਆਨ ਸੀ ਉਹ ਖਿੱਚ ਕੇ ਲੈ ਗਈ ਜੀ ਉਹਨੂੰ ਉਸ ਪਾਸੇ। ਹਾਂਜੀ, ਜਾਂ ਸਹੂਲਤ ਨੂੰ ਮੁੱਖ ਰੱਖ ਲਿਆ, ਜਾਂ ਪਰਿਵਾਰ ਦੇ ਮੋਹ ਨੂੰ ਮੁੱਖ ਰੱਖ ਲਿਆ, ਜਾਂ ਹੋਰ ਗੱਲਾਂ ਨੂੰ ਮੁੱਖ ਰੱਖ ਲਿਆ, ਜਾਂ ਬੱਚਿਆਂ ਵਾਸਤੇ ਸੋਚ ਲਿਆ ਵੀ ਬੱਚੇ ਸੈੱਟ ਹੋ ਜਾਣ ਜੀ, ਕੋਈ ਨਾ ਕੋਈ ਚੀਜ਼ ਖਿੱਚ ਕੇ ਲੈ ਗਈ। ਹਾਂਜੀ, ਉਹ ਜਿਹੜਾ ਆਨੰਦ ਬਣਿਆ ਸੀ, ਭਾਵੇਂ ਕਿਤੇ ਵੀ ਚਲ ਜਾਓ, ਅਮਰੀਕਾ ਕੈਨੇਡਾ ਚਲ ਜਾਓ, ਦਰਬਾਰ ਸਾਹਿਬ ਵਾਲੇ ਨਜ਼ਾਰੇ ਆਨੰਦ ਥੋੜ੍ਹਾ ਲੱਭਣੇ ਆ ਜੀ। ਕਿਤੇ ਵੀ ਚਲ ਜਾਓ ਦੁਨੀਆ ਵਿੱਚ, ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਬੜੇ ਮਹਾਂਪੁਰਖ ਪੂਰਨ ਜਤੀ ਸਤੀ ਹੋਏ ਨੇ ਜੀ, ਤੇ ਮੈਂ ਉਹਨਾਂ ਦੇ ਕੋਲੋਂ ਸੁਣਿਆ ਹੈ ਵੀ 1 ਘੰਟਾ ਬੰਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇਕਾਗਰ ਚਿੱਤ ਹੋ ਕੇ ਕੀਰਤਨ ਸੁਣ ਲਵੇ, 1 ਸਾਲ ਦੀ ਭਗਤੀ ਦੇ ਬਰਾਬਰ ਹੈ ਜੀ। ਇੰਨਾ ਮਹਾਨ ਪਵਿੱਤਰ ਅਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ। 1 ਘੰਟਾ ਮਨੁੱਖ ਕੀਰਤਨ ਸੁਣ ਲਵੇ ਇਕਾਗਰ ਚਿੱਤ ਹੋ ਕੇ, ਪੂਰੇ ਧਿਆਨ ਦੇ ਨਾਲ। ਉਹ ਨਾ ਹੋਵੇ ਇੱਥੇ ਮੇਰੇ ਕੋਲ ਇੱਕ ਸਿੰਘ ਆ ਗਿਆ, ਕਹਿੰਦਾ ਜੀ ਅੱਜ ਤੇ ਗੁਰੂ ਰਾਮਦਾਸ ਜੀ ਨੇ ਬੜੀ ਕਿਰਪਾ ਕੀਤੀ। ਮੈਂ ਕਿਹਾ ਜੀ ਮਹਾਰਾਜ ਤੇ ਸਦਾ ਹੀ ਕਿਰਪਾ ਕਰਦੇ। ਕਹਿੰਦਾ ਜੀ ਅੱਜ ਤੇ ਬੜੀ ਕਿਰਪਾ ਮਹਾਰਾਜ ਨੇ ਕੀਤੀ, ਅੱਜ ਨਾ ਮੈਂ 3 ਰਾਗੀ ਜਥੇ ਸੁਣ ਕੇ ਆਇਆ। ਮੈਂ ਕਿਹਾ ਜੀ ਬੜੇ ਵੱਡੇ ਭਾਗਾਂ ਵਾਲੇ, ਪਰ ਉਹ ਆਖਣੋਂ ਹਟੇ ਹੀ ਨਾ ਜੀ, ਬਾਰ-ਬਾਰ ਆਖੀ ਜਾਵੇ। ਤੇ ਮੈਂ ਫਿਰ ਪੁੱਛਿਆ, ਮੈਂ ਕਿਹਾ ਵੀ ਜਦੋਂ ਤੁਸੀਂ ਗਏ ਸੀ ਉਦੋਂ ਰਾਗੀ ਸਿੰਘ ਸ਼ਬਦ ਕਿਹੜਾ ਪੜ੍ਹ ਰਹੇ ਜੀ? ਉਹ ਕਦੀ ਅੱਖਾਂ ਠਾਂ ਕਰੇ ਤੇ ਕਦੀ ਤਾਂ ਕਰੇ ਜੀ। ਮੈਂ ਕਿਹਾ ਚਲੋ ਪਹਿਲੇ ਦਾ ਨਹੀਂ ਯਾਦ, ਦੂਜੇ ਦਾ ਕੋਈ ਸ਼ਬਦ ਸੁਣਾ ਦਿਓ। ਚਲੋ ਜਦੋਂ ਤੁਸੀਂ ਆਏ ਉਦੋਂ ਦਾ ਕੋਈ ਸ਼ਬਦ ਨਹੀਂ ਸੁਣਾ ਸਕਿਆ ਜੀ ਉਹ। ਹਾਂਜੀ, ਧਿਆਨ ਦੇ ਨਾਲ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇੱਥੇ ਧਿਆਨ ਦੀ ਗੱਲ ਚੱਲ ਰਹੀ ਹੈ। ਹਰ ਜਨ ਨੱਚੋ ਹਰ ਹਰ ਧਿਆਏ, ਨਿਰਣਾ ਕਰੋ ਪੁੱਛੋ ਜਾ ਕੇ, ਐਸੇ ਸੰਤ ਮਿਲੇ ਮੇਰੇ ਭਾਈ। ਇਹੋ ਜਿਹੇ ਸੰਤਾਂ ਨੂੰ ਮਿਲੋ ਜਾ ਕੇ, ਮਿਲੋ ਜਾ ਕੇ। ਸੰਤ ਵੀ ਬੜੀ ਕਿਸਮ ਦੇ ਹੈਗੇ ਜੇ ਜੀ। ਹਾਂਜੀ, ਬੜੀ ਕਿਸਮ ਦੇ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਿਹਿਆਂ ਨੂੰ ਮਿਲਣਾ ਜਿੱਥੇ ਜਾ ਕੇ ਨਿਰਣਾ ਹੋਵੇ ਸੱਤ ਤੇ ਅਸੱਤ ਦਾ ਜੀ। ਉਹ ਸਮਝਾਵਣ, ਸਮੱਤ ਦੇਣ, ਭਾਈ ਇਸ ਤਰ੍ਹਾਂ ਤੁਹਾਡਾ ਜੀਵਨ ਸਫਲਾ ਹੋਏਗਾ ਜੀ। ਇੱਕ ਮਾਈ ਦੇ ਘਰ ਸੰਤਾਂ ਦਾ ਜਥਾ ਚਲੇ ਗਿਆ ਜੀ, ਤੇ ਮਾਈ ਨੇ ਸੋਚਿਆ ਵੀ ਹੁਣ ਹੈਗੀ ਤੇ ਮੈਂ ਗਰੀਬਣੀ ਆ, ਪਰ ਸੇਵਾ ਤੇ ਕਰਨੀ ਆ ਨਾ ਜੀ। ਤੇ ਉਹਨੇ ਰੁੱਖਾ ਮਿੱਸਾ ਭੋਜਨ ਜਿਹੋ ਜਿਹਾ ਘਰ ਹੈਗਾ ਸੀ ਉਹਨੇ ਅੱਗੇ ਰੱਖ ਦਿੱਤਾ ਜੀ। ਤੇ ਉਹ ਛਕਣ ਛਕਾਉਣ ਵਾਲਾ ਮਹਿਕਮਾ ਹੈ ਜੀ। ਉਹ ਨਾ ਕੋਈ ਸਤਨਾਮ ਤੇ ਨਾ ਵਾਹਿਗੁਰੂ, ਫਟਾਫਟ ਖਾਣ ਲੱਗ ਪਏ ਜੋ ਅੱਗੇ ਆਇਆ। ਮਾਈ ਬੜੀ ਸਿਆਣੀ ਸੀ, ਉਹ ਕਹਿੰਦੇ ਬਾਬਿਓ ਨਾ ਕੋਈ ਸ਼ਬਦ ਤੇ ਨਾ ਕੋਈ ਸ਼ਲੋਕ ਹੈ, ਤੁਸੀਂ ਤੇ ਨਿਰੇ ਟਿੱਕੀਆਂ ਦੇ ਠੋਕ ਹੈ। ਤੁਸੀਂ ਨਾ ਕੋਈ ਸਤਨਾਮ, ਨਾ ਕੋਈ ਵਾਹਿਗੁਰੂ, ਨਾ ਕੋਈ ਪਹਿਲੀ ਪੌੜੀ, ਕੁਝ ਪੜ੍ਹਿਆ ਹੀ ਨਹੀਂਗਾ। ਤੋ ਅੱਗੇ ਕਿਹੜੇ ਘੱਟ ਹੀ ਜੀ। ਉਹ ਅੱਗੋਂ ਕਹਿੰਦੇ ਆ ਵੀ ਮਾਈ ਨਾ ਕੋਈ ਖੀਰ ਨਾ ਕੋਈ ਕੜਾਹ, ਤੇ ਇੱਥੇ ਸ਼ਬਦਾਂ ਦਾ ਕੀ ਰਾਹ ਹੈ। ਇਹੋ ਜਿਹੇ ਵੀ ਸੰਤ ਹੈਗੇ ਜੇ ਜੀ, ਜਿਹੜੇ ਸਿਰਫ ਖਾਣ ਪੀਣ ਵਾਸਤੇ ਲੀੜੇ ਪਾਈ ਫਿਰਦੇ। ਬਾਣੀ ਨੇ ਕਹਿ ਦਿੱਤਾ ਐਸੇ ਸੰਤ ਨਾ ਮੋਕੋ ਪਾਵੇ। ਕਹਿੰਦੇ ਰੱਬ ਨੇ ਜਵਾਬ ਦੇ ਦਿੱਤਾ ਜੀ, ਇਹੋ ਜਿਹੇ ਮੈਨੂੰ ਨਹੀਂ ਜੇ ਚੰਗੇ ਲੱਗਦੇ, ਮੈਨੂੰ ਨਹੀਂ ਚੰਗੇ ਲੱਗਦੇ ਇਹੋ ਜਿਹੇ। ਸਾਦਾ ਭੋਜਨ ਪਾਣੀ ਛਕ ਕੇ ਦਿਨ ਰਾਤ ਪਰਮੇਸ਼ਰ ਦੇ ਭਜਨ ਵਿੱਚ ਜੁੜੇ ਰਹਿਣਾ ਜੀ। ਮੈਂ ਸੰਤ ਵੇਖੇ ਜੀ, ਬਾਬਾ ਦਲੇਲ ਸਿੰਘ ਜੀ ਮਹਾਂਪੁਰਖ, ਸ਼ਾਹਬਾਦ ਮਾਰਕੰਡਾ ਅਸਥਾਨ ਹੈ। ਭੁੱਖ ਲੱਗਣੀ ਕਿਸੇ ਦੇ ਬੂਹੇ ਅੱਗੇ ਜਾ ਕੇ 7 ਕਰਤਾਰ ਰੱਖਣਾ, 2 ਫੁਲਕੇ ਮਿਲਣੇ, ਖੜੇ ਖੜੋਤੇ ਖਾ ਕੇ ਕਮਾਦ ਵਿੱਚ ਆ ਕੇ ਸਮਾਧੀ ਲਾ ਕੇ ਬੈਠਣਾ ਜੀ। ਕਮਾਦ ਦੇ ਵਿੱਚ ਬੜਾ ਔਖਾ ਹੁੰਦਾ ਕਮਾਦ 'ਚ ਬਹਿਣਾ। ਅਸੀਂ ਜੱਟ ਬੰਦੇ ਹਾਂ, ਕਮਾਦ ਗੋਡਦੇ ਰਹੇ ਜੀ, ਕਿਸੇ ਬੰਨਿਓ ਹਵਾ ਹੀ ਨਹੀਂ ਲੱਗਦੀ, ਉੱਚਾ ਉੱਚਾ ਧੁੰਦਾ ਜੀ, ਕਿਸੇ ਬੰਨਿਓ ਹਵਾ ਨਹੀਂ ਲੱਗਦੀ ਜੀ, ਬੜਾ ਔਖਾ।
ਭਜਨ ਕਰਨ ਵਾਲੇ ਜਿਨ੍ਹਾਂ ਨੇ ਧਿਆਨ ਆਪਣਾ ਠੀਕ ਕਰਨਾ, ਰੱਬ ਦੇ ਵਿੱਚ ਧਿਆਨ ਜੋੜਨਾ। ਮਾਰੇ ਕਹਿੰਦੇ ਤੁਹਾਨੂੰ ਨਿਰਣਾ ਕਰਨਾ ਪੈਣਾ, ਜੇ ਕਿਹੜੇ ਬੰਨੇ ਲੱਗਣਾ ਤੁਸੀਂ ਸੋਚੋ, ਸਾਰੇ ਜਣੇ ਵਿਚਾਰੋ। ਤਾਂ ਹੁਣ ਸਾਰੀ ਉਮਰ ਨਿਆਣੇ ਖਿਡਾਉਣੇ ਆ ਕਿ ਭਜਨ ਕਰਨਾ, ਇਹ ਤੁਹਾਡੀ ਮਰਜ਼ੀ ਆ। ਹਾਂਜੀ, ਜਿਹੜੇ ਪਹਿਲੇ ਸੀ ਉਹਨਾਂ ਨੇ ਤੁਹਾਡੀ ਕੋਈ ਕਦਰ ਨਹੀਂ ਪਾਈ, ਤੇ ਨਵੀਂ ਪਾਰਟੀ ਨੇ ਵੀ ਕੋਈ ਕਦਰ ਨਹੀਂ ਜੇ ਪਾਉਣੀ। ਸਭ ਆਪਣੇ ਮਤਲਬ ਦੇ ਹੀ ਹੈਗੇ ਨੇ ਜੀ, ਆਪ ਸਭ ਆਪਣੇ ਮਤਲਬ ਦੇ ਨੇ ਜੀ। ਤੁਸੀਂ ਫੈਸਲਾ ਕਰੋ ਜੀ। ਹਾਂਜੀ, ਜੋ ਛੱਲੀ ਪੂਣੀ ਲਾ ਕੇ ਪਹਿਲਾਂ ਨਿਆਣੇ ਕੈਨੇਡਾ ਅਮਰੀਕਾ ਨੂੰ ਭੇਜ ਦਿੰਦੇ, ਮਗਰੋਂ ਆਪਣੀ ਤਿਆਰੀ ਕਰ ਲੈਂਦੇ, ਤੇ ਮਰਨ ਦਾ ਚੇਤਾ ਹੀ ਨਹੀਂ ਆਉਂਦਾ ਜੀ। ਉੱਥੇ ਜਾ ਕੇ ਕਿਹੜੀ ਉਮਰ ਵੱਧ ਜਾਣੀ ਜੀ। ਜਿਹੜੇ ਉੱਥੇ ਹੈਗੇ ਉਹ ਮਰਦੇ ਨਹੀਂ ਗੇ ਜੀ। ਜਿਨ੍ਹਾਂ ਕੋਲ ਸਾਧਨ, ਮੈਂ ਉਹਨਾਂ ਨੂੰ ਇਹ ਗੱਲ ਕਹਿ ਰਿਹਾ, ਜਿਨ੍ਹਾਂ ਕੋਲ ਸਾਧਨ ਹੈਗਾ ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਓ ਜੀ। ਜਿਹੜੇ ਮਜਬੂਰ ਨੇ ਕੋਈ ਗੱਲ ਨਹੀਂ ਉਹਨਾਂ ਦੀ। ਹੁਣ ਨੌਜਵਾਨ ਬੱਚੇ ਨੇ, ਉਹਨਾਂ ਦੀਆਂ ਲੋੜਾਂ ਨੇ, ਉਹਨਾਂ ਦਾ ਜਾਣਾ ਫਰਜ਼ ਹੈ ਜੀ। ਚਲੇ ਜਾਣਾ, ਆਪਣੀ ਕਿਰਤ ਕਮਾਈ ਕਰਨ ਜੀ। ਜਿਹਦੇ ਕੋਲ ਨਹੀਂ ਪਿੱਛੇ ਕੋਈ ਸਾਧਨ ਹੈਗਾ, ਠੀਕ ਆ, ਉਹ ਬਾਲ ਬੱਚੇ ਪਰਿਵਾਰ ਦੇ ਕੋਲ ਜਾਣਾ ਕੋਈ ਮਾੜੀ ਗੱਲ ਨਹੀਂ ਹੈਗੀ। ਪਰ ਜਿਹਨੂੰ ਸੁੱਖ ਦੀ ਰੋਟੀ ਮਿਲਦੀ ਤੇ ਰਹਿਣ ਵਾਸਤੇ ਰੱਬ ਨੇ ਜਗ੍ਹਾ ਦਿੱਤੀ ਹੈ ਨਾ ਜੀ, ਉਹ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਿੰਨਾ ਵੀ ਫਾਇਦਾ ਖੱਟ ਸਕਦੇ ਜੇ ਖੱਟ ਲਓ ਜੀ। ਜਿੰਨਾ ਵੀ ਲਾਭ ਲੈ ਸਕਦੇ ਜੇ ਲੈ ਲਓ। ਇਹ ਤੁਸੀਂ ਨਿਰਣਾ ਕਰ ਲਓ ਕਿ ਮੋਹ ਦੇ ਚਿੱਕੜ ਵਿੱਚੋਂ ਨਿਕਲਣਾ ਕਿ ਜਾਂ ਫਸੇ ਰਹਿਣਾ ਇਹਦੇ ਵਿੱਚ। ਭਲੇ ਬਣਨਾ ਜਾਂ ਬੁਰੇ ਬਣਨਾ, ਸੱਤ ਨਾਲ ਜੁੜਨਾ ਜਾਂ ਝੂਠ ਦੇ ਨਾਲ ਜੁੜਨਾ, ਇਹ ਤਾਂ ਤੁਹਾਨੂੰ ਫੈਸਲਾ ਕਰਨਾ ਪੈਣਾ ਜੀ। ਤੁਸੀਂ ਐਸੇ ਗੁਰਮੁਖਾਂ ਨੂੰ ਮਿਲੋ, ਮਨ ਵਿੱਚ ਆਪਣੇ ਵਿਚਾਰ ਬਣਾ ਕੇ ਉਹਨਾਂ ਕੋਲੋਂ ਸਮੱਤ ਪ੍ਰਾਪਤ ਕਰੋ। ਗੁਰੂ ਦੇ ਬਚਨ ਸੁਣੋ, ਜਿਨ੍ਹਾਂ ਦੇ ਨਾਲ ਕੁਝ ਮਨ ਵਿੱਚ ਸਮਝ ਪਵੇ। ਇਹ ਭੁੱਲਾ ਮਨ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ, ਬਾਣੀ ਨਾਲ ਜੁੜੇ। ਹੈਰਾਨੀ ਦੀ ਗੱਲ ਤੇ ਆਪਾਂ ਕਹਿੰਦੇ ਸਾਡੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ ਜੀ ਇਹ ਗੱਲ ਜੀ। 16 18 ਸਾਲ ਤੁਸੀਂ ਦੁਨਿਆਵੀ ਪੜ੍ਹਾਈ 'ਤੇ ਲਾ ਦਿੱਤੇ ਆ, ਪਰ ਤੁਹਾਡੇ ਵਿੱਚੋਂ ਵਿਰਲਾ ਬੰਦਾ ਹੋਏਗਾ ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਸਤੇ 1 ਸਾਲ ਵੀ ਲਾਇਆ ਹੋਵੇ ਜੀ। ਕਿੰਨੇ ਕੁ ਹੋਣਗੇ ਜੀ? ਬਹੁਤ ਥੋੜ੍ਹੇ ਹੋਣਗੇ ਜੀ। ਢੇਰਾਂ ਦੇ ਢੇਰ ਕਿਤਾਬਾਂ ਪੜ੍ਹ ਲੀਆਂ ਤੁਸੀਂ, ਢੇਰਾਂ ਦੇ ਢੇਰ ਜੀ, ਪੰਡਾਂ ਦੀਆਂ ਪੰਡਾਂ ਜੀ ਕਿਤਾਬਾਂ ਪੜ੍ਹ ਲੀਆਂ ਜੀ। 8-8 10-10 12-12 16-16 ਘੰਟੇ। ਹਾਂਜੀ, ਪਰ ਗੁਰਬਾਣੀ ਸਿੱਖਣ ਵਾਸਤੇ 1 ਘੰਟਾ ਵੀ ਟਾਈਮ 24 ਘੰਟਿਆਂ ਵਿੱਚੋਂ ਨਹੀਂ ਕੱਢਿਆ। ਕੀ ਮੰਨਿਆ ਗੁਰੂ ਸਾਹਿਬ ਨੂੰ ਦੱਸੋ ਜੀ? ਜੇ ਇਸ ਪਾਸੇ ਵੱਲ ਧਿਆਨ ਹੁੰਦਾ, ਕੋਈ ਸਿੱਖਿਆ ਮਿਲੀ ਹੁੰਦੀ, ਕੋਈ ਸਮੱਤ ਹੁੰਦੀ, ਸਮਾਂ ਕੱਢਦੇ, ਹਿਰਦੇ ਵਿੱਚ ਇਹ ਬਚਨ ਵਸੇ ਹੁੰਦੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ। ਸਾਰੇ ਜਿੰਨੀਆਂ ਤੁਸੀਂ ਕਿਤਾਬਾਂ ਪੜ੍ਹੀਆਂ ਉਹਨਾਂ 'ਚ ਅੰਮ੍ਰਿਤ ਹੈਗਾ ਜੀ ਕਿਸੇ 'ਚ ਜੀ? ਦੱਸੋ। ਦੁਨਿਆਵੀ ਪੜ੍ਹਾਈ ਦੀ ਗੱਲ ਮੈਂ ਕਰਦਾ, ਦੁਨਿਆਵੀ ਕਿਤਾਬਾਂ ਜਿਹੜੀਆਂ ਨੇ ਜੀ ਉਹਨਾਂ ਦੀ ਗੱਲ ਕਰਦਾ ਹੈ। ਹਾਂਜੀ, ਬਾਣੀ ਵਿੱਚ ਅੰਮ੍ਰਿਤ ਹੈ, ਪਰ ਇਸ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਅੰਦਰ ਚਾਹਨਾ ਨਾ ਪੈਦਾ ਹੋਈ ਜੀ, ਇੱਛਾ ਹੀ ਨਾ ਬਣੀ ਵੀ ਚਲੋ ਕਿਸੇ ਐਸੇ ਰੱਬ ਦੇ ਪਿਆਰੇ ਨੂੰ, ਗੁਰਮੁਖ ਨੂੰ ਮਿਲੀਏ ਜਿੱਥੇ ਗੁਰਬਾਣੀ ਬਾਰੇ ਗਿਆਨ ਪ੍ਰਾਪਤ ਹੋਵੇ। ਗੁਰਬਾਣੀ ਪੜ੍ਹੀ, ਅੰਦਰ ਦਾ ਅੰਧਕਾਰ ਦੂਰ ਹੋਵੇ, ਅਗਿਆਨਤਾ ਦੂਰ ਹੋਵੇ, ਬੇਸਮਝੀ ਦੂਰ ਹੋਵੇ, ਗੁਰੂ ਜੀ ਨਾਲ ਨੇੜਤਾ ਵਧੇ। ਹਾਂਜੀ, ਵੱਟਾਂ ਉੱਚੀਆਂ ਕਰਨੀਆਂ ਸਨ, ਸ਼ਰਧਾ ਉੱਚੀ ਕਰਨੀ ਸੀ, ਭਾਵ ਉੱਚਾ ਬਣਾਉਣਾ ਸੀ ਗੁਰੂ ਵਾਲੇ ਪਾਸੇ ਜਾਣ ਦਾ ਜੀ। ਘਰ ਬੈਠੋ, ਕਾਰੋਬਾਰ ਕਰੋ, ਆਪਣੇ ਕੰਮਕਾਰ ਕਰੋ, ਗੱਲ ਅੰਦਰ ਦੀ ਹੈ ਜੀ। ਅੰਦਰ ਦਾ ਧਿਆਨ ਗੁਰੂ ਵਾਲੇ ਪਾਸੇ ਲੱਗਾ ਏ, ਕੰਮਕਾਰ ਕਰਨ ਦਾ ਤਰੀਕਾ ਤੁਹਾਡਾ ਬੜਾ ਵਧੀਆ ਹੋਏਗਾ ਜੀ। ਝੂਠ ਨਹੀਂ ਬੋਲੋਗੇ, ਧੋਖਾ ਨਹੀਂ ਕਰੋਗੇ, ਕਿਸੇ ਦਾ ਬੁਰਾ ਨਹੀਂ ਕਰੋਗੇ, ਵਧੀਆ ਢੰਗ ਦੇ ਨਾਲ ਸਾਰੇ ਕੰਮ ਕਰੋਗੇ ਤੇ ਕੀਤੇ ਹੋਏ ਕੰਮਾਂ 'ਚ ਬਰਕਤਾਂ ਵੀ ਪੈਣਗੀਆਂ ਜੀ। ਬਾਣੀ ਦਾ ਅਟੱਲ ਫੈਸਲਾ ਜੇ ਠੱਗੀ ਆਵੇ, ਠੱਗੀ ਉੱਠ ਜਾਏ। ਜਿਹੜਾ ਬੰਦਾ ਠੱਗੀ ਮਾਰਦਾ ਉਹਦਾ ਧਨ ਪਦਾਰਥ ਪੈਸਾ ਠੱਗੀ 'ਚ ਹੀ ਉੱਡਦਾ ਜੇ ਮੁੜ ਕੇ ਜੀ। ਇੱਕ ਠੱਗ ਨੇ ਨਾ ਜੀ, ਇੱਕ ਜ਼ਿਮੀਂਦਾਰ ਦੇ ਕੋਲ ਘੋੜੀ ਬੜੀ ਵਧੀਆ ਹੈ ਜੀ, ਤਾਂ ਉਹਨੇ ਇਰਾਦਾ ਬਣਾ ਲਿਆ ਵੀ ਘੋੜੀ ਜਿਹੜੀ ਮੈਂ ਨਾ ਇਹਦੇ ਕੋਲ ਠੱਗਣੀ ਹੈ ਜੀ। ਉਹਦੇ ਕੋਲ ਜਾ ਕੇ ਨਾ ਜੀ ਉਹ ਠੱਗ ਥੱਲੇ ਡਿੱਗ ਪਿਆ ਤੇ ਤੜਫਣ ਲੱਗ ਪਿਆ ਜੀ। ਜ਼ਿਮੀਂਦਾਰ ਨੂੰ ਤਰਸ ਆਇਆ, ਉਹਦੇ ਕੋਲ ਆਇਆ, ਕਹਿਣ ਲੱਗਾ ਮਿੱਤਰਾ ਦੱਸ ਮੈਂ ਤੇਰੇ ਵਾਸਤੇ ਕੋਈ ਦਵਾਈ ਲਿਆਵਾਂ, ਕੋਈ ਪ੍ਰਬੰਧ ਕਰਾਂ, ਤੈਨੂੰ ਤਕਲੀਫ ਬੜੀ ਆ। ਉਹ ਕਹਿੰਦਾ ਦਵਾਈ ਕਿੱਥੋਂ ਲਿਆਓਗੇ? ਕਹਿੰਦਾ ਪਿੰਡੋਂ। ਉਹ ਕਹਿਣ ਲੱਗਾ ਜੀ ਤੁਹਾਡੇ ਆਉਂਦਿਆਂ ਨੂੰ ਤਾਂ ਮੈਂ ਚਾਲਾ ਮਾਰ ਜਾਂਗਾ, ਤਕਲੀਫ ਬੜੀ ਹੈ ਜੀ। ਉਹਨੇ ਆਖਿਆ ਦੱਸ ਤੇਰੀ ਸੇਵਾ ਕੀ ਕਰਾਂ? ਕਹਿੰਦਾ ਮੈਨੂੰ ਆਪਣੀ ਘੋੜੀ ਦੇ, ਮੈਨੂੰ ਵੈਦ ਦੇ ਘਰ ਦਾ ਪਤਾ ਏ ਤੇ ਮੈਂ ਛੇਤੀ ਛੇਤੀ ਉੱਥੇ ਪਹੁੰਚਾਂ, ਜਾ ਕੇ ਦਵਾਈ ਲੈ ਲਾਂ। ਉਹਨੇ ਠੱਗ ਨੂੰ ਆਪਣੇ ਹੱਥਾਂ ਦੇ ਨਾਲ ਚੁੱਕ ਕੇ ਆਪਣੀ ਘੋੜੀ 'ਤੇ ਬਿਠਾਇਆ ਵੀ ਇਹਦੀ ਜਾਨ ਬਚ ਜੇ।
ਤੇ ਉੱਡੀ ਕੁ ਦੂਰ ਜਾ ਕੇ ਠੱਗ ਕਹਿਣ ਲੱਗਾ, ਭਾਈ ਮੈਂ ਕੋਈ ਬਿਮਾਰ ਨਹੀਂ, ਮੈਂ ਕੋਈ ਰੋਗੀ ਨਹੀਂ, ਮੈਂ ਘੋੜੀ ਠੱਗਣੀ ਹੈ, ਮੈਂ ਡਰਾਮਾ ਕੀਤਾ ਸਾਰਾ ਹੀ, ਮੈਨੂੰ ਕੋਈ ਬਿਮਾਰੀ ਨਹੀਂ, ਤੂੰ ਡੀਕਦਾ ਨਾ ਨਹੀਂ, ਘੋੜੀ ਮੈਂ ਲੈ ਚੱਲਿਆ, ਘੋੜੀ ਨਹੀਂ ਲਿਆਉਣੀ ਵਾਪਸ। ਤੇ ਠੱਗੀ ਦਾ ਮਾਲ ਕਿੰਨਾ ਕੁ ਚਿਰ ਟਿਕੇ ਜੀ। ਉਹਨੇ ਘੋੜੀ ਵੇਚਣੀ ਸੀ ਜੀ, ਦੂਰ ਲੈ ਗਿਆ ਕਿਤੇ ਮੰਡੀ ਦੇ ਵਿੱਚ ਜੀ ਵੇਚਣ ਵਾਸਤੇ, ਤੇ ਪੈਸੇ ਮੰਗੇ ਜ਼ਿਆਦੇ, ਤੇ ਪੈਸੇ ਮਿਲਣ ਨਾ, ਸ਼ਾਮਾਂ ਪੈ ਗਈਆਂ, ਤੇ ਠੱਗ ਦੇ ਉੱਤੇ ਇੱਕ ਠੱਗ ਹੋਰ ਆ ਗਿਆ ਜੀ। ਉਹ ਠੱਗ ਉਹਨੂੰ ਆਂਦਾ ਕਿੰਨੇ ਦੀ ਵੇਚਣੀ ਆ, ਕਹਿੰਦਾ 10,000 ਦੀ। ਉਹ ਕਹਿੰਦਾ ਵੀ ਘੋੜੀ ਤੇ ਸਸਤੀ ਹੈ, ਠੱਗ ਹੀ ਨਾ ਜੀ। ਕਹਿੰਦਾ ਘੋੜੀ ਤੇ ਮਹਿੰਗੀ, ਤੂੰ ਸਸਤੀ ਦੇਣ ਡਿਆ। ਕਹਿੰਦਾ ਹਾਂਜੀ ਸਸਤੀ ਵੇਚਣ ਡਿਆ। ਉਹਨੇ ਜੀ ਮੈਂ ਇੰਨੇ ਹੀ ਲੈਣੇ ਆ। ਉਹ ਕਹਿਣ ਲੱਗਾ ਫਿਰ ਥੋੜ੍ਹਾ ਜਿਹਾ ਮੈਨੂੰ ਚੜ੍ਹ ਕੇ 2-4 ਗੇੜੇ ਲਵਾ ਲੈਣ ਦੇ, ਵੇਖਾਂ ਵੀ ਇਹਦੀ ਚਾਲ ਵਧੀਆ, ਫਿਰ ਤੂੰ ਜਿੰਨੇ ਪੈਸੇ ਮੰਗੇਗਾ ਦੇ ਦਾਂਗੇ। ਉਹ ਠੱਗ ਉੱਤੇ ਚੜ੍ਹਿਆ, ਉਹਨੇ 2 ਗੇੜੇ ਲਵਾਏ। ਓਡੀ ਕੁ ਦੂਰ ਜਾ ਕੇ ਉਹ ਠੱਗ ਕਹਿਣ ਲੱਗਾ, ਡੀਕਦਾਰਾ ਨਹੀਂ, ਮੈਂ ਚੱਲਿਆ ਹੀ। ਕਹਿੰਦਾ ਉਹ ਜਦੋਂ ਵਾਪਸ ਮੁੜਿਆ ਤੇ ਪਿੰਡ ਦਾ ਉਹਨੂੰ ਬੰਦਾ ਮਿਲਿਆ, ਕਹਿੰਦਾ ਘੋੜੀ ਕਿੰਨੇ ਦੀ ਵਿਕੀ? ਆਂਦਾ ਜਿੰਨੇ ਦੀ ਲਈ ਉਹਨੇ ਦੀ ਵਿਕੀ। ਕਹਿੰਦਾ ਜਿੰਨੇ ਦੀ ਲਈ ਉਹਨੇ ਦੀ ਜੀ। ਜੇ ਠੱਗੀ ਆਵੇ ਠੱਗੀ ਉੱਠ ਜਾਏ। ਜਿੰਨਾ ਪੈਸਾ ਤੁਸੀਂ ਹੰਕਾਰ ਦੇ ਵਿੱਚ ਇਕੱਠਾ ਕਰੋਗੇ, ਹੰਕਾਰ 'ਚ ਹੀ ਉੱਡ ਜਾਏਗਾ। ਹਉਂ ਵਿੱਚ ਖੱਟਿਆ, ਹਉਂ ਵਿੱਚ ਗਿਆ। ਨਿਮਰਤਾ ਵਿੱਚ ਰਹਿ ਕੇ, ਭੈ ਭਾਵਨਾ ਦੇ ਵਿੱਚ ਰਹਿ ਕੇ ਸੱਚੀ ਕਮਾਈ ਕਰੋਗੇ, ਬਰਕਤਾਂ ਪੈਣਗੀਆਂ। ਤੁਹਾਡਾ ਪਰਿਵਾਰ, ਤੁਹਾਡੇ ਬਾਲ ਬੱਚੇ ਨੇਕ ਬਣਨਗੇ, ਗੁਰਮੁਖ ਬਣਨਗੇ। ਸੱਚੀ ਸੁੱਚੀ ਕਿਰਤ ਦਾ ਭੋਜਨ ਪ੍ਰਸ਼ਾਦਾ ਛਕ ਕੇ ਉਹਨਾਂ ਦੀ ਮੱਤ ਠੀਕ ਰਹੇਗੀ ਜੀ। ਪਰ ਇਹ ਤਾਂ ਹੋਏਗਾ ਜੇ ਤੁਸੀਂ ਸੰਗਤ ਚੰਗੀ ਕਰੋਗੇ, ਆਪਣੇ ਗੁਰੂ ਜੀ ਦੀ ਬਾਣੀ ਸੁਣੋਗੇ, ਬਾਣੀ ਸੁਣ ਕੇ ਚੰਗੇ ਵਿਚਾਰ ਸੁਣ ਕੇ ਨਿਰਣਾ ਕਰੋਗੇ, ਫੈਸਲਾ ਕਰੋਗੇ। ਮਨ ਨਾਲ ਫੈਸਲਾ ਕਰਨਾ ਹੀ ਪੈਣਾ ਹੈ। ਕਿਉਂ? ਇਹ ਮਨ ਬੜਾ ਚੰਚਲ ਹੈ ਜੀ, ਇਹ ਨਹੀਂ ਜੀ ਟਿਕਦਾ, ਸੱਜੇ ਖੱਬੇ ਨਿਕਲੀ ਜਾਂਦਾ ਜੀ। ਇਹਦੇ ਨਾਲ ਫੈਸਲਾ ਕਰਨਾ ਹੀ ਪੈਣਾ ਜੀ। ਇਹ ਤੂੰ ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲਾ, ਤੇ ਗੁਰੂ ਦੇ ਚਰਨਾਂ ਨਾਲ ਜੁੜਨਾ ਹੋਰ ਕੋਈ ਰਾਹ ਨਹੀਂ ਹੈਗਾ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਮੇਰੇ ਮਨਾ ਹੁਣ ਤੂੰ ਰੱਬ ਵਾਲੇ ਪਾਸੇ ਆ ਜਾ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਮਨਾ ਮੰਨ ਜਾ, ਭੂਲਾ ਮਨ ਗੁਰ ਸ਼ਬਦੀ ਵਸ ਆਵੇ। ਗੁਰੂ ਕੇ ਉਪਦੇਸ਼ ਦੇ ਨਾਲ ਇਹ ਭੁੱਲਾ ਹੋਇਆ ਮਨ ਵਸ ਵਿੱਚ ਆ ਜਾਂਦਾ। ਮੈਂ ਤੁਹਾਡਾ ਟਾਈਮ ਜ਼ਿਆਦਾ ਨਾ ਲਵਾਂ, ਸੰਗਤ ਨੇ ਗੱਫਾ ਪਾਣੀ ਛਕਣਾ। ਸੋ ਬੇਨਤੀ ਹੈ, ਆਰੰਭ ਵਿੱਚ ਸ਼ਬਦ ਪੜ੍ਹ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗਰੀਬ ਨਵਾਜ ਜੀ ਦੇ ਅਵਤਾਰ ਗੁਰਪੁਰਬ ਦੀ ਖੁਸ਼ੀ ਮਨਾਈ। ਅਤੇ ਵੱਡੀ ਪੱਧਰ 'ਤੇ ਇਹ ਸਮਾਗਮ ਝੰਡੇਰ ਪਿੰਡ ਹੋਏਗਾ। ਸਵੇਰੇ 10 ਵਜੇ ਤੋਂ ਲੈ ਕੇ 1 ਜਾਂ 2 ਵਜੇ ਤੱਕ ਗੁਰਬਾਣੀ ਦਾ ਕੀਰਤਨ ਹੋਏਗਾ, ਅਤੁੱਟ ਲੰਗਰ ਪਾਣੀ ਵਰਤੇਗਾ। ਹਰ ਸਾਲ ਉੱਥੇ ਅਸਥਾਨ ਵੱਲੋਂ ਸਰਦਾਰ ਹਰਜਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਗੁਰਪੁਰਬ ਮਨਾਏ ਜਾਂਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਰੇ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਬੜੇ ਦਿਆਲੂ ਬੜੇ ਮਿਹਰਬਾਨ। ਕੀਰਤਪੁਰ ਸਾਹਿਬ ਦੀ ਗੱਲ ਹੈ। ਕੁਝ ਬੰਦਿਆਂ ਦੇ ਮਨ ਵਿੱਚ ਸ਼ੰਕਾ ਆ ਗਈ ਵੀ ਮਹਾਰਾਜ ਛੋਟੀ ਜੀ ਉਮਰ ਹੈ ਸੱਚੇ ਪਾਤਸ਼ਾਹ ਜੀ ਦੀ, ਤਾਂ ਐਡਾ ਛੋਟਾ ਜਿਹਾ ਬੱਚਾ ਗੁਰੂ ਕਿਸ ਤਰ੍ਹਾਂ ਹੋ ਸਕਦਾ? ਐਡੇ ਨਿੱਕੇ ਨਿੱਕੇ ਬੱਚੇ ਤਾਂ ਖੇਡਦੇ ਫਿਰਦੇ ਆ। ਪਰ ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਜੀ, ਸੋਝੀ ਨਹੀਂ ਸੀ ਉਹਨਾਂ ਨੂੰ। ਗੁਰੂ ਜੋਤ ਜਿਹੜੀ ਹੈ, ਭਾਵੇਂ ਛੋਟੀ ਉਮਰ ਦੇ ਸਰੀਰ ਵਿੱਚ ਹੋਵੇ, ਭਾਵੇਂ ਵੱਡੇ ਵਿੱਚ ਹੋਵੇ, ਗੱਲ ਤਾਂ ਉਸ ਜੋਤ ਦੀ ਹੈ ਜੀ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਉਹਨਾਂ ਨੇ ਇੱਕ ਕੋੜੇ ਨੂੰ ਰਸਤੇ ਵਿੱਚ ਬਿਠਾ ਦਿੱਤਾ। ਗੁਰੂ ਮਹਾਰਾਜ ਨੂੰ ਪਾਲਕੀ ਵਿੱਚ ਬਿਠਾ ਕੇ ਨਾ ਸਿੱਖ ਸੈਰ ਕਰਨ ਲੈ ਕੇ ਜਾਂਦੇ ਹੁੰਦੇ ਸੀ। ਰਸਤੇ ਵਿੱਚ ਸ਼ਰਾਰਤੀਆਂ ਨੇ ਇੱਕ ਕੋੜਾ ਬਿਠਾ ਦਿੱਤਾ ਜੀ, ਤਾਂ ਉਹਨੂੰ ਸਿਖਾ ਦਿੱਤਾ ਵੀ ਜਦੋਂ ਮਹਾਰਾਜ ਦੀ ਪਾਲਕੀ ਲੰਘੇ ਨਾ, ਉੱਚੀ ਉੱਚੀ ਰੌਲਾ ਪਾਈ, ਤੂੰ ਆਪਣਾ ਦੁੱਖ ਰੋਈ। ਅਤੇ ਜੇ ਤੇ ਹੋਈ ਗੁਰੂਆਂ ਵਾਲੀ ਗੱਲ ਤੇ ਮਿਹਰ ਕਰਨਗੇ, ਕਿਉਂ ਗੁਰੂ ਸਦਾ ਹੀ ਮਿਹਰ ਕਰਦੇ ਨੇ ਜੀ, ਸਦਾ ਹੀ ਮਿਹਰ ਕਰਦੇ ਨੇ। ਅਤੇ ਜਦੋਂ ਮਹਾਰਾਜ ਦੀ ਪਾਲਕੀ ਸਾਹਿਬ ਆਈ ਅਤੇ ਉਹਨੇ ਉੱਚੀ ਉੱਚੀ ਰੌਲਾ ਪਾਇਆ, ਆਪਣਾ ਦੁੱਖ ਰੋਇਆ। ਮਹਾਰਾਜ ਨੇ ਸੇਵਕਾਂ ਨੂੰ ਕਿਹਾ ਪਾਲਕੀ ਰੋਕੋ। ਪਾਲਕੀ ਰੋਕੀ। ਪੁੱਛਿਆ ਵੀ ਤੈਨੂੰ ਕੀ ਗੱਲ ਆ? ਉਹਨੇ ਦੱਸਿਆ ਵੀ ਸਰੀਰ 'ਤੇ ਕੋਹੜ ਹੋਇਆ ਅਤੇ ਮੈਂ ਬੜਾ ਦੁਖੀ ਹਾਂ, ਕੋਈ ਮੈਨੂੰ ਲਾਗੇ ਨਹੀਂ ਲੱਗਣ ਦਿੰਦਾ, ਬੜੀ ਬੁਰੀ ਹਾਲਤ ਹੈ।
ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਸੇਵਕਾਂ ਨੂੰ ਆਪਣਾ ਰੁਮਾਲ ਦਿੱਤਾ, ਕਹਿਣ ਲੱਗੇ ਇਹਦੇ ਸਰੀਰ ਦੇ ਉੱਤੇ ਫੇਰ ਦਿਓ ਜੀ। ਬਸ ਇਸ ਤਰ੍ਹਾਂ ਰੁਮਾਲ ਫਿਰ ਰਿਹਾ ਤੇ ਕੰਚਨ ਵਰਗੀ ਕਾਇਆ ਨਾਲੋਂ ਨਾਲ ਹੀ ਹੋਈ ਜਾ ਰਹੀ ਹੈ ਜੀ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਲੰਮੀਆਂ ਸਾਖੀਆਂ ਨੇ, ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਮਹਾਂਪੁਰਖ ਸੰਤ ਬਾਬਾ ਦੇਵਾ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਮੈਨੂੰ ਗਰੀਬ ਨੂੰ, ਮੂਰਖ ਨੂੰ ਸੰਗਤ ਵਿੱਚ ਰੱਖ ਕੇ ਕਿਰਪਾ ਕੀਤੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਸੰਥਾ ਕਰਵਾਈ, ਕੀਰਤਨ ਸਿਖਾਇਆ, ਰਹਿਣਾ ਬਹਿਣਾ ਸਿਖਾਇਆ, ਗੁਰੂ ਘਰ ਦਾ ਜਸ ਕਰਨਾ ਸਿਖਾਇਆ, ਸੰਗਤ ਦੀ ਸੇਵਾ ਕਰਨ ਦੀ ਸਮੱਤ ਬਖਸ਼ੀ। ਉਹ ਮਹਾਂਪੁਰਖ ਧੰਨ ਧੰਨ ਬਾਬਾ ਦੇਵਾ ਸਿੰਘ ਜੀ ਮਹਾਰਾਜ ਸਦਾ ਹੀ ਧੰਨ ਹਨ, ਸਦਾ ਹੀ ਧੰਨ ਹਨ, ਜਿਨ੍ਹਾਂ ਨੇ ਇਹ ਸੇਵਾ ਬਖਸ਼ੀ। ਤਿੰਨਾਂ ਮਹਾਂਪੁਰਖਾਂ ਦੀ ਯਾਦ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਅਵਤਾਰ ਗੁਰਪੁਰਬ ਆਈ ਹੋਈ ਸੰਗਤ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਹੁਣ ਬੇਨਤੀ ਹੈ ਭਈ ਰਾਗੀ ਜਥਿਆਂ ਨੇ ਕੀਰਤਨ ਕਰੀ ਜਾਣਾ ਹੈ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਭੋਜਨ ਪ੍ਰਸ਼ਾਦਾ ਛਕਣਾ, ਪਹਿਲਾਂ ਬੇਬੀਆਂ ਪ੍ਰਸ਼ਾਦਾ ਛਕਣ, ਤੇ ਨਾਲ ਹੀ ਠੰਡਾ ਜਲ ਪਾਣੀ ਸੰਗਤ ਵਾਸਤੇ ਵੀ ਬਣਿਆ ਹੈ। ਮੇਰਾ ਸੁਭਾਅ ਹੈਗਾ ਏ ਕਿ ਚੀਜ਼ ਉਹ ਬਣਾਉਣੀ ਆ ਜਿਹੜੀ ਸੰਗਤ ਦੀ ਸਿਹਤ ਵਾਸਤੇ ਅੱਛੀ ਹੋਵੇ, ਚੰਗੀ ਹੋਵੇ। ਐਵੇਂ ਜੋ ਕੁਝ ਮਰਜ਼ੀ ਬਣਾ ਕੇ ਖਵਾਈ ਚੱਲੋ ਤੇ ਵਸਤੂ ਦਾ ਮੇਲ ਹੀ ਨਾ ਆਪਸ ਵਿੱਚ ਹੋਵੇ, ਖਾਣ ਵਾਲੇ ਨੂੰ ਰੋਗ ਲੱਗੀ, ਉਹ ਸਹੀ ਗੱਲ ਨਹੀਂ। ਸੋ ਇੱਕ ਤੇ ਖੀਰ ਪੂੜੇ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਭੋਜਨ ਪ੍ਰਸ਼ਾਦਾ ਤਿਆਰ ਹੈ, ਤੇ ਨਾਲ ਉਹ ਦੁੱਧ ਵਿੱਚ ਜਿਹੜਾ ਅੰਬ ਪਾ ਕੇ ਬਣਾਉਂਦੇ ਹੁੰਦੇ ਜੀ, ਹਾਂਜੀ, ਉਹ ਵੀ ਸੰਗਤ ਵਾਸਤੇ। ਉਹ ਮੈਂ ਪੁੱਛਿਆ ਸੀਗਾ ਭਾਈ ਬਲਵਿੰਦਰ ਸਿੰਘ ਜੀ ਨੂੰ, ਮੈਂ ਕਿਹਾ ਵੀ ਤਾਂ ਬਣਾਉਣਾ ਜੇ ਸੰਗਤ ਵਾਸਤੇ ਠੀਕ ਹੋਵੇ। ਉਹ ਨਵੇਂ ਖੀਰ ਪੂੜੇ ਦੇ ਮਗਰੋਂ ਉਹ ਠੰਡਾ ਛਕਾਈਏ ਤੇ ਬਿਮਾਰੀ, ਸਰੀਰ ਦੀ ਬਿਮਾਰੀ ਵਧੇ, ਇਹ ਨਾ ਹੋਵੇ। ਕਹਿੰਦੇ ਨਹੀਂ, ਉਹ ਹਾਜ਼ਮੇਦਾਰ ਹੁੰਦਾ ਹੈ, ਖਾਧਾ ਪੀਤਾ ਹਜਮ ਕਰ ਦਿੰਦਾ ਹੈ। ਉਹ ਵੀ ਬਣਿਆ। ਉਹ ਪ੍ਰਸ਼ਾਦਾ ਛਕਣ ਤੋਂ ਬਾਅਦ ਛਕਣਾ ਜੀ। ਪਹਿਲਾਂ ਰੱਜ ਕੇ ਗੱਫਾ ਪਾਣੀ ਛਕੋ, ਖੀਰ ਪੂੜੇ ਛਕੋ, ਪ੍ਰਸ਼ਾਦਾ ਛਕੋ, ਉੱਤੋਂ ਫਿਰ ਉਹ ਆਪਾਂ ਛਕਣਾ ਹੈ। ਭਾਵੇਂ ਕੋਈ 2 ਗਲਾਸ ਛਕੇ ਤੇ ਭਾਵੇਂ 4 ਛਕੇ ਜੀ। ਸ਼ੁੱਧ ਬਣਿਆ, ਵਧੀਆ ਬਣਿਆ ਸਾਰਾ ਕੁਝ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ। ਇਸ ਵਾਸਤੇ ਬੀਬੀਆਂ ਨੂੰ ਬੇਨਤੀ ਹੈ ਕਿ ਪਹਿਲਾਂ ਬੀਬੀਆਂ ਪ੍ਰਸ਼ਾਦਾ ਛਕੋ, ਫਿਰ ਉਸ ਤੋਂ ਬਾਅਦ ਸਿੰਘ ਸਾਰੇ ਗੱਫਾ ਪਾਣੀ ਛਕਣਗੇ। ਸਤਿਗੁਰੂ ਜੀ ਦਾ ਬੇਅੰਤ ਬਰਾ ਸ਼ੁਕਰ, ਬੇਅੰਤ ਬਰਾ ਧੰਨਵਾਦ। ਸਮਾਂ ਥੋੜ੍ਹਾ ਕਰਕੇ ਮੈਂ ਤੁਹਾਨੂੰ ਕੋਈ ਨਾ ਤੇ ਜ਼ਿਆਦਾ ਸ਼ਬਦ ਹੀ ਸੁਣਾ ਸਕਿਆ, ਨਾ ਲੰਮੀ ਚੌੜੀ ਕਥਾ ਸੁਣਾ ਸਕਿਆ। ਫਿਰ ਸੁਣ ਲਓ, ਹਰ ਜਨ ਨੱਚ ਹੋ ਹਰ ਹਰ ਧਿਆਏ। ਆਪਣੇ ਸਰੀਰ ਨੂੰ, ਆਪਣੇ ਮਨ ਨੂੰ ਮਰਜ਼ਾਦਾ ਦੇ ਵਿੱਚ ਲਿਆਉਣਾ ਹੈ, ਹਾਂਜੀ, ਇਹਨੂੰ ਲੈਬੱਧ ਕਰਨਾ, ਸੁਰ ਤਾਲ ਦੇ ਵਿੱਚ ਲਿਆਉਣਾ, ਭਾਵ ਆਪਣਾ ਖਾਣਾ ਪੀਣਾ ਮਰਜ਼ਾਦਾ ਵਿੱਚ ਲਿਆਉਣਾ ਜੀ, ਆਪਣਾ ਸੌਣ ਦਾ ਤਰੀਕਾ ਮਰਜ਼ਾਦਾ ਵਿੱਚ ਲਿਆਉਣਾ ਜੀ, ਬੋਲਣਾ, ਵੇਖਣਾ, ਚੱਲਣਾ, ਸਾਰਾ ਕੁਝ ਬਾਣੀ 'ਚ ਸਿਖਾਇਆ ਮਹਾਰਾਜ ਨੇ। ਇਹ ਸਾਰਾ ਕੁਝ ਠੀਕ ਹੋਏਗਾ ਤੇ ਫਿਰ ਧਿਆਨ ਨਾਮ ਦੇ ਵਿੱਚ ਲੱਗਣਾ ਜੇ। ਤੇ ਜਿੰਨਾ ਚਿਰ ਨਾਮ 'ਚ ਧਿਆਨ ਨਹੀਂ ਲੱਗਦਾ ਉਹਨਾਂ ਚਿਰ ਛੁਟਕਾਰਾ ਨਹੀਂ ਜੇ ਹੈਗਾ ਜੀ, ਹਾਂਜੀ। ਇਹ ਹੁਣ ਤੁਸੀਂ ਸੋਚਣਾ ਹੈ ਕਿ ਜੰਮਣ ਮਰਨ ਤੋਂ ਬਰੀ ਹੋਣਾ ਕਿ ਜਾਂ ਇਸ ਚੱਕਰ ਵਿੱਚ ਪਏ ਰਹਿਣਾ ਜੀ, ਹਾਂਜੀ। ਸ਼ਾਂਤੀ ਪ੍ਰਾਪਤ ਕਰਨੀ ਕਿ ਅਸ਼ਾਂਤ ਰਹਿਣਾ ਜੀ, ਦੁੱਖਾਂ ਤੋਂ ਬਚਣਾ ਕਿ ਦੁੱਖਾਂ ਦੇ ਵਿੱਚ ਹੀ ਤੁਰੇ ਫਿਰਨਾ ਜੀ, ਹਾਂਜੀ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰਕੇ ਸਤਿਗੁਰ ਦੇ ਕੋਲੋਂ ਬਖਸ਼ਿਸ਼ ਮੰਗਣੀ ਹੈ ਤੇ ਗੁਰੂ ਜੀ ਦਾ ਉਪਦੇਸ਼ ਦਿਨ ਰਾਤ ਚੇਤੇ ਕਰਨਾ, ਦ੍ਰਿੜ ਕਰਨਾ ਹੈ, ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ। ਭਾਈ ਜਸਵੀਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਸਤਿਕਾਰਯੋਗ ਜੋ ਬਹੁਤ ਵੱਡੇ ਤਬਲੇ ਦੇ ਉਸਤਾਦ ਨੇ, ਜਿਨ੍ਹਾਂ ਦਾ ਤਕਰੀਬਨ ਦੁਨੀਆ ਭਰ ਵਿੱਚ ਸਤਿਕਾਰ ਹੈ, ਗੁਣੀ ਪੁਰਸ਼ ਆਦਰ ਕਰਦੇ ਨੇ, ਉਹਨਾਂ ਨੂੰ ਅੰਦਰੋਂ ਸਰੋਪਾ ਲਿਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਵੱਲੋਂ ਉਹਨਾਂ ਨੂੰ ਹੋਰ ਅਸੀਸ ਗੁਰੂ ਘਰ ਵੱਲੋਂ ਦਿੱਤੀ ਜਾਵੇ, ਹੋਰ ਜੀਵਨ ਵਿੱਚ ਤਰੱਕੀ ਕਰਨ, ਸੰਗਤਾਂ ਦੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਸੱਚੇ ਪਾਤਸ਼ਾਹ ਮਿਹਰ ਕਰਨ ਜੀ। ਆਹ ਸ਼ਬਦ 2-3 ਮਿੰਟ ਵਿੱਚ ਆਪਾਂ ਪੜ੍ਹ ਲਈਏ ਤੇ ਫਿਰ ਗੁਰੂ ਘਰ ਦੇ ਕੀਰਤਨੀਏ ਭਾਈ ਕੁਲਜੀਤ ਸਿੰਘ ਜੀ ਤੁਹਾਨੂੰ ਕੀਰਤਨ ਸਰਵਣ ਕਰਾਉਣਗੇ, ਸੰਗਤਾਂ ਗੱਫਾ ਪਾਣੀ ਛਕੀ ਜਾਣਗੇ। ਜਿਨ੍ਹਾਂ ਕੋਲ ਸਮਾਂ ਆਵੇ ਫਿਰ ਆ ਜਿਓ, ਬੈਠ ਕੇ ਕੀਰਤਨ ਸੁਣਿਓ ਜੀ। ਸੋਰਠ ਮਹੱਲਾ ਪੰਜਵਾਂ ਦਿਓ ਸਰੋਪਾ ਦਿਓ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ।
चौकी चौगिर्द हमारे, चौकी चौगिर्द हमारे, राम नाम मान लागा, राम नाम मान लागा, जमल जाए कर भागा, जमल जाए कर भागा। प्रभु जी तू मेरो सुख दाता, प्रभु जी तू मेरो सुख दाता, प्रभु जी तू मेरो सुख दाता, प्रभु जी तू मेरो सुख दाता। बंधन काट करे मन निर्मल, बंधन काट करे मन निर्मल, पूरन पुरख विधाता, पूरन पुरख विधाता। रहाओ नानक प्रभ अविनाशी, नानक प्रभ अविनाशी, ताकी सेव ना बिरथी जासी, ताकी सेव ना बिरथी जासी। आनंद कर हे तेरे दासा, आनंद कर हे तेरे दासा, जप पूरन होई आसा, जप पूरन होई आसा। गुर का शब्द रखवारे, गुर का शब्द रखवारे, चौके चौगिर्द हमारे, चौकी चौगिर्द हमारे। वाहिगुरु जी। साडा दासां दा ते तुहाडा सच्चे पातशाह आया सफला करने जी। गरीब नवाज सारिਆਂ ਤੇ ਕਿਰਪा ਕਰਨ, ਮਿਹਰਾਂ ਕਰਨ, ਬਖਸ਼ਿਸ਼ਾਂ ਕਰਨ। ਸ੍ਰੀ ਸਰਬਲੋਕ ਗ੍ਰੰਥ ਵਿੱਚ ਸੱਚੇ ਪਾਤਸ਼ਾਹ ਫਰਮਾਉਂਦੇ, ਦੋਹਰਾ ਆਇਆ ਤਾਂ ਕਾ ਸਫਲ ਹੈ ਪਰਉਪਕਾਰੀ ਹੋਏ। ਤੇ ਸਭ ਤੋਂ ਵੱਡਾ ਪਰਉਪਕਾਰ ਨਾਮ ਜਪਣਾ ਜੇ। ਪ੍ਰਭੂ ਕੋ ਸਿਮਰਹਿ ਸੇ ਪਰਉਪਕਾਰੀ। ਜਿਹੜੇ ਨਾਮ ਨਹੀਂ ਜਪਦੇ ਨਾ ਉਹ ਪਰਉਪਕਾਰੀ ਨਹੀਂ ਹੋ ਸਕਦੇ ਜੀ। ਭਜਨ ਕਰਨ ਦੇ ਨਾਲ ਬੰਦੇ ਦਾ ਮਨ ਨਿਰਮਲ ਹੋਏਗਾ, ਮਨ ਵਿੱਚ ਬਲ ਆਏਗਾ, ਕਿਸੇ ਦੀ ਮਦਦ ਕਰਨ ਨੂੰ ਜੀ ਕਰੇਗਾ, ਕਿਸੇ ਦੀ ਸਹਾਇਤਾ ਕਰਾਂ, ਕਿਸੇ ਦਾ ਭਲਾ ਕਰਾਂ। ਜੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਨਹੀਂ ਹੈਗਾ, ਆਪਣਾ ਹੀ ਭਲਾ ਨਹੀਂ ਕਰਦਾ ਤੇ ਕਿਸੇ ਦਾ ਭਲਾ ਉਹਨੇ ਕਿੱਥੋਂ ਕਰਨਾ। ਦਸਮ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਆਇਆ ਤਾਂ ਕਾਜ ਆਇਆ ਤਾਂ ਕਾ ਸਫਲ ਹੈ, ਸਫਲ ਹੈ। ਆਇਆ ਤਾਂ ਕਾਜ ਆਇਆ ਤਾਂ ਕਾ ਸਫਲ ਹੈ, ਸਫਲ ਹੈ। ਪਰਉਪਕਾਰੀ ਹੋਏ, ਪਰਉਪਕਾਰੀ ਹੋਏ। ਆਇਆ ਤਾਂ ਕਾਜ ਆਇਆ ਤਾਂ ਕਾ ਸਫਲ ਹੈ, ਸਫਲ ਹੈ। ਆਇਆ
ਸਿਰ ਆਪਣੇ, ਦੁੱਖ ਸਹੈ ਸਿਰ ਆਪਣੇ, ਦੁੱਖ ਸਹੈ ਸਿਰ ਆਪਣੇ, ਸੁਖਦਾਈ ਸਭ ਕੋਏ, ਸੁਖਦਾਈ ਸਭ ਕੋਏ, ਦੁੱਖ ਸਹੈ ਸਿਰ ਆਪਣੇ, ਦੁੱਖ ਸਹੈ ਸਿਰ ਆਪਣੇ, ਸੁਖਦਾਈ ਸਭ ਕੋਏ, ਸੱਚੇ ਪਾਤਸ਼ਾਹ ਤੁਹਾਡਾ ਵੀ ਆਇਆ ਸਫਲਾ ਕਰਨ ਤੇ ਸਾਡਾ ਵੀ ਗਰੀਬਾਂ ਦਾ ਸੱਚੇ ਪਾਤਸ਼ਾਹ ਆਇਆ ਸਫਲਾ ਕਰਨ। ਗੁਰੂ ਘਰ ਦੀ ਮੱਤ ਸਾਡੇ ਹਿਰਦੇ ਵਿੱਚ ਟਿਕ ਜਾਵੇ ਜੀ, ਤੇ ਗੁਰੂ ਜੀ ਦੀ ਕਿਰਪਾ ਨਾਲ ਜ਼ਰੂਰ ਅਸੀਂ ਇਸ ਗੱਲ ਦਾ ਨਿਰਣਾ ਕਰ ਸਕੀਏ, ਰੱਬ ਦੇ ਪਿਆਰਿਆਂ ਨੂੰ ਮਿਲੀਏ, ਸਮਝੀਏ ਉਹਨਾਂ ਦੇ ਕੋਲੋਂ ਗੱਲ। 1 ਸਾਲ ਲੱਗ ਜਾਂਦਾ ਬੱਚੇ ਨੂੰ, ਹਾਂਜੀ ਊੜਾ ਐੜਾ ਦੀ ਪੜ੍ਹਾਈ ਤੇ ਜੀ 1 ਸਾਲ ਲੱਗ ਜਾਂਦਾ। ਪੂਰੀ ਜਮਾਤ ਪਹਿਲਾਂ ਕੱਚੀ ਹੁੰਦੀ ਤੇ ਫਿਰ ਪੱਕੀ ਹੁੰਦੀ ਜੀ, ਹਾਂਜੀ। ਤੇ ਅਗਲੇ ਸਾਲ ਫਿਰ ਪੂਰਾ ਸਾਲ ਲੱਗ ਜਾਂਦਾ ਏ। 1 ਦੂਣੀ ਤੇ 2 ਦੂਣੀ, ਸਾਰਾ ਸਾਲ ਇਸ ਤਰ੍ਹਾਂ ਹੀ ਕਰਨਾ ਪੈਂਦਾ ਜੀ, ਖੜੇ ਕਰ ਛੱਡਦੇ। ਚਲੋ ਵੀ ਬੱਚਿਓ ਪਹਾੜੇ ਯਾਦ ਕਰੋ ਜੀ, ਹਾਂਜੀ। ਤੇ ਜਿਹੜਾ ਸਿਲੇਬਸ ਉਹਨਾਂ ਰੱਖਿਆ ਪੂਰਾ ਸਾਲ ਉਹਦੇ 'ਚ ਹੀ ਰੱਖਣਾ ਜੀ ਉਹਨਾਂ ਨੇ ਜੀ, ਪੂਰਾ ਸਾਲ ਉਹਦੇ ਵਿੱਚ ਹੀ ਰੱਖਣਾ। ਉਹਦੇ ਵਿੱਚ ਪਾਸ ਹੋਊ ਤੇ ਫਿਰ ਅਗਲੀ ਜਮਾਤ 'ਚ ਚੱਲੇਗਾ ਤੇ ਫਿਰ ਨਵੀਆਂ ਕਿਤਾਬਾਂ ਮਿਲਣੀਆਂ ਜੀ ਉਹਨੂੰ ਜੀ। ਤੇ ਆਪਾਂ ਇਸ ਪਾਸੇ ਵੱਲ ਇੰਨੇ ਕਾਹਲੇ ਪੈ ਜਾਂਦੇ ਵੀ ਮੈਨੂੰ ਜਪਜੀ ਸਾਹਿਬ ਆ ਗਿਆ ਜੀ। ਮਹਾਂਪੁਰਖਾਂ ਦੀ ਜਿਨ੍ਹਾਂ ਦੀ ਅੱਜ ਯਾਦ ਵਿੱਚ ਆਪਾਂ ਸਤਸੰਗ ਕਰ ਰਹੇ ਹਾਂ, ਉਹਨਾਂ ਮੈਨੂੰ ਸ਼ਬਦ ਸਿਖਾਉਣਾ ਜੀ। ਉਹ ਮੁੰਡਿਆ ਸਿੱਧਾ ਹੋ ਕਾਕਾ, ਸਿੱਧੇ ਹੋ ਕੇ ਬੈਠੀ ਦਾ, ਬਹਿਣਾ ਅੱਗੇ ਤੇ ਇਸ ਤਰ੍ਹਾਂ ਕਰਨਾ ਹੈ। ਆਖੋ ਗੱਜ ਕੇ ਸ੍ਰੀ ਵਾਹਿਗੁਰੂ ਜੀ। ਮੈਨੂੰ ਸ਼ਬਦ ਸਿਖਾਉਣਾ ਤੇ ਮੈਂ ਉਹ ਬਚਪਨ ਸੀ, ਛੇਤੀ ਸਿੱਖ ਜਾਣਾ, ਸਿੱਖ ਕੇ ਮਹਾਂਪੁਰਖਾਂ ਦੇ ਨਾਮ 'ਚ ਜੁੜ ਜਾਣਾ ਜੀ। ਮੈਂ ਕਦੀ ਲੰਗਰ 'ਚ ਦੁੱਧ ਪੀ ਜੀ, ਕਦੀ ਫਿਰ ਤੁਰ ਕੇ 4 ਚੁਫੇਰਿਆਂ ਤੇ ਫਿਰ ਆ ਜਾਣਾ ਜੀ। ਸੰਤਾਂ ਵੇਖਣਾ ਵੀ ਕੋਲ ਨਹੀਂ ਹੈਗਾ, ਕਿੱਧਰ ਗਿਆ, ਨਿੱਕਾ ਜਿਹਾ ਇਹਦੇ ਨੂੰ ਛੋਟਾ। ਤੇ ਮੈਨੂੰ ਉਹਨਾਂ ਵੀ ਤੂੰ ਕਿੱਧਰ ਚਲੇ ਗਿਆ? ਮੈਂ ਕਿਹਾ ਜੀ ਸ਼ਬਦ ਯਾਦ ਕਰ ਲਿਆ ਸੀ ਮੈਂ ਤਾਂ ਹੀ ਗਿਆ ਸਾਂ। ਕਹਿੰਦੇ ਭਲਾ ਲੋਕ ਨਾ ਹੋਵੇ, ਇਹਨੂੰ ਰਸਨਾ ਤੇ ਯਾਦ ਨਹੀਂ ਕਰਨਾ, ਇਹਨੂੰ ਇੰਨਾ ਪੜ੍ਹਨਾ ਵੀ ਹਿਰਦੇ 'ਚ ਚਲਾ ਜਾਵੇ, ਕਹਿਣ ਲੱਗੇ ਅੰਦਰ ਚਲਾ ਜਾਵੇ। ਤੇ ਸੰਤਾਂ ਨੇ ਗਾਲ ਵਾਲੇ ਪਰਨੇ ਨਾਲ ਮੇਰੀ ਬਾਂਹ ਬੰਨ੍ਹ ਲੈਣੀ ਜੀ, ਤੇ ਇੱਕ ਸ਼ਬਦ ਤੇ 8-8 ਘੰਟੇ ਲਵਾਉਣੇ ਜੀ। ਮੁੜ ਪੜ੍ਹੀ ਚੱਲ, ਕਹਿੰਦੇ ਮੁੜ ਪੜ੍ਹੀ ਚੱਲ। ਇਹ ਪੜ੍ਹਦਿਆਂ ਹੀ ਕਹਿਣ ਲੱਗੇ ਅੰਦਰ ਦੀ ਮੈਲ ਲੈਣੀ ਆ ਤੇ ਬਾਣੀ ਹਿਰਦੇ ਵਿੱਚ ਵਸਣੀ ਆ ਜੀ। ਇਸ ਵਾਸਤੇ ਇਹ ਕਾਹਲੀ ਦਾ ਮਾਰਗ ਨਹੀਂ ਹੈਗਾ। ਪੁੱਛੋ ਉਸਤਾਦ ਜੀ ਬੈਠੇ ਨੇ, ਕਿੰਨੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਜੀ, ਹਾਂਜੀ, ਕਿੰਨਾ ਸਮਾਂ ਲਾਉਣਾ ਪੈਂਦਾ ਜੀ। ਇਸ ਵਾਸਤੇ ਨਾਮ ਅਭਿਆਸ ਕਰਨ ਵਾਸਤੇ ਤਕੜੇ ਹੋ ਜਾਓ, ਡਟ ਜਾਓ। ਸਮਾਂ ਹੱਥੋਂ ਨਿਕਲਦਾ ਜਾਂਦਾ ਜੇ, ਕਿਸੇ ਨੇ ਤੁਹਾਡੀ ਮਦਦ ਨਹੀਂ ਜੇ ਕਰਨੀ ਸਿਵਾਏ ਗੁਰਬਾਣੀ ਤੇ ਗੁਰੂ ਤੋਂ ਬਿਨਾਂ ਔਰ ਕੋਈ ਨਹੀਂ ਜੇ ਰਾਖਾ। ਬਾਣੀ ਨੇ ਤੁਹਾਨੂੰ, ਨਾਮ ਨੇ ਪਰਮੇਸ਼ਰ ਦੇ ਨਾਲ ਜੋੜਨਾ ਹੈ,
ਤੇ ਵਾਹਿਗੁਰੂ ਦੇ ਨਾਮ ਨੇ ਤੁਹਾਡੀ ਸਹਾਇਤਾ ਕਰਨੀ, ਰੱਖਿਆ ਕਰਨੀ ਹੈ। ਸਤਿਗੁਰੂ ਕੋਲੋਂ ਸਿੱਖਿਆ ਲੈ ਕੇ ਤੇ ਖੂਬ ਨਾਮ ਜਪੋ। ਹਰ ਜਨ ਨਾਚੋ ਹਰ ਹਰ ਧਿਆਏ, ਐਸੇ ਸੰਤ ਮਿਲੇ ਮੇਰੇ ਭਾਈ ਹਮ ਜਨ ਕੇ ਤੋ ਵਹ ਪਾਏ। ਚੌਥੇ ਪਾਤਸ਼ਾਹ ਕਹਿੰਦੇ ਕਿ ਇਹ ਤਰ੍ਹਾਂ ਦੇ ਸੰਤ ਮਿਲ ਜਾਣ ਨਾ, ਜਿਹੜੇ ਤੁਹਾਨੂੰ ਨਿਰਣਾ ਕਰਵਾ ਦੇਣ, ਤੁਹਾਨੂੰ ਸੋਝੀ ਪਾ ਦੇਣ, ਤੁਹਾਨੂੰ ਇਹ ਸਮਝ ਤੁਹਾਡੇ ਹਿਰਦੇ ਵਿੱਚ ਵਾੜ ਦੇਣ। ਤੇ ਮਾਰੇ ਕਹਿੰਦੇ ਫਿਰ ਇਹੋ ਜਿਹਾ ਦੇ ਚਰਨ ਧੋਇਓ। ਸੱਚੇ ਪਾਤਸ਼ਾਹ ਕਹਿੰਦੇ ਬਹੁਤਾ ਸਤਿਕਾਰ ਕਰਿਓ ਉਹਨਾਂ ਦਾ, ਜਿਹੜੇ ਇਹ ਗੱਲ ਅੰਦਰ ਵਸਾ ਦੇਣ। ਕਹਿਣ ਕਹਾਉਣ ਵਾਲੇ ਤਾਂ ਵਾਧੂ ਹੈਗੇ ਜੀ, ਸੁਣਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈਗੀ ਜੀ। ਬੜੇ ਸੁਣਾਉਣ ਵਾਲੇ ਲੱਗੇ ਨੇ ਜੀ, ਬੜੀਆਂ ਕਥਾ ਬਾਰਤਾਂ ਸੁਣਾਉਂਦੇ ਨੇ। ਨਹੀਂ, ਇੰਨੀ ਤਾਕਤ ਹੋਵੇ ਉਹਨਾਂ ਦੇ ਵਿੱਚ, ਉਹ ਬਚਨ ਜਗਿਆਸੂ ਦੇ ਹਿਰਦੇ 'ਚ ਵਸਾ ਦੇਣਗੇ। ਦਿਨ ਰਾਤ ਸਰਦਾਰ ਸਾਹਿਬ ਸਿੰਘ ਜੀ ਪਹਾੜਾਂ 'ਚ ਜੀਆਂ ਨੂੰ ਮਾਰਦੇ ਹੁੰਦੇ ਸੀ, ਸ਼ਿਕਾਰ ਕਰਦੇ ਸੀ, ਨਸ਼ੇ ਵਰਤਦੇ ਸੀ। ਇੱਕ ਦਿਨ ਤੁਰੇ ਆਉਂਦੇ ਸੀ ਜੀ, ਅੱਗੋਂ ਸੰਤ ਮਿਲ ਪਏ। ਮੈਨੂੰ ਖੁਦ ਗੱਲ ਦੱਸੀ ਜੀ ਉਹਨਾਂ ਨੇ, ਮਹਾਂਪੁਰਖ। ਉਹ ਕਹਿੰਦੇ ਉਹ ਸਾਹਿਬ ਸਿਆਂ, ਇਹ ਮਾਨਸ ਦੇ ਇਸ ਕੰਮ ਵਾਸਤੇ ਮਿਲੀ ਆ ਵੀ ਦਿਨ ਰਾਤ ਪਾਪ ਕਰਨਾ, ਰੱਬ ਦੇ ਜੀਆਂ ਨੂੰ ਮਾਰਨਾ, ਦੁੱਖ ਦੇਣਾ ਹੈ? ਭਜਨ ਕਰਨ ਵਾਸਤੇ ਮਿਲੀ, ਨਾਮ ਜਪਿਆ ਕਰ। ਤੇ ਸਰਦਾਰ ਸਾਹਿਬ ਸਿੰਘ ਨੇ ਮੈਨੂੰ ਵਿਖਾਇਆ, ਕਹਿੰਦੇ ਉਦਣ ਦੀਆਂ ਬੰਦੂਕਾਂ ਟੰਗੀਆਂ ਜੇ ਐਡੀ ਐਡੀ ਮਿੱਟੀ ਚੜ੍ਹ ਗਈ, ਕਹਿੰਦੇ ਮੁੜ ਕੇ ਹੱਥ 'ਚ ਨਹੀਂ ਫੜੀਆਂ ਕਦੇ। ਕਹਿਣ ਲੱਗੇ ਘਰ ਦੇ ਵਿੱਚ ਉਹਨਾਂ ਮੈਨੂੰ ਵਿਖਾਈਆਂ ਜੀ। ਕਲੇਸ਼ਰ ਪਿੰਡ ਉਹਨਾਂ ਦਾ, ਹਰਿਆਣੇ ਦਾ ਅਖੀਰਲਾ ਪਿੰਡ, ਪਹਾੜਾਂ 'ਚ ਜਮਨਾ ਦੇ ਕੰਢੇ ਪੌਂਟਾ ਸਾਹਿਬ ਨੂੰ ਜਾਂਦੇ ਆ। ਕਹਿੰਦੇ ਮੁੜ ਹੱਥ ਲਾਉਣ ਨੂੰ ਜੀ ਨਹੀਂ ਕੀਤਾ, ਤੇ 24 ਪਾਠ ਸੁਖਮਨੀ ਸਾਹਿਬ ਦੇ ਰੋਜ਼ ਦਾ ਨਿਤਨੇਮ ਜੀ। ਇਹ ਮੈਂ ਅੱਖੀਂ ਵੇਖਿਆ ਜੀ। ਕਿੰਨੀ ਉਹ ਸਾਧੂ ਦੀ ਕਮਾਈ ਹੋਏਗੀ। ਇੰਨਾ ਹੀ ਆਖਿਆ ਉਹ ਸਾਹਿਬ ਸਿੰਘ, ਮਾਨਸ ਦੇ ਇਸ ਕੰਮ ਨੂੰ ਮਿਲੀ ਆ ਵੀ ਰੱਬ ਦੇ ਜੀਆਂ ਨੂੰ ਦੁੱਖ ਦੇਣਾ, ਦਿਨ ਰਾਤ ਮਾਰਦਾ ਫਿਰਦਾ ਜੀਵਾਂ ਨੂੰ। ਇਹ ਭਜਨ ਕਰਨ ਵਾਸਤੇ ਮਿਲੀ, ਨਾਮ ਜਪਣ ਵਾਸਤੇ ਮਿਲੀ, ਜੀਵਨ ਸਫਲ ਕਰਨ ਵਾਸਤੇ ਮਿਲੀ। ਭਜਨ ਕਰਿਆ ਕਰ ਰੱਬ ਦਾ। ਇੰਨੀ ਗੱਲ ਕਹਿ ਕੇ ਸੰਤ ਅੱਗੇ ਚਲੇ ਗਏ ਜੀ। ਉਸ ਤੋਂ ਬਾਅਦ ਸਾਰੀ ਖੇਡ ਹੀ ਬਦਲ ਗਈ ਜੀ। ਐਸੇ ਸੰਤ ਮਿਲੇ ਮੇਰੇ ਭਾਈ, ਟਿੱਕੀ ਠੋਕ ਮਹਿਕਮਾ ਨਾ ਹੋਵੇ ਜੀ। ਹਾਂਜੀ, ਇੰਨੇ ਪੈਸੇ ਦੇ ਦਿਓ ਜੀ, ਆਹ ਦੇ ਦਿਓ ਜੀ, ਉਹ ਕਰ ਲਓ ਜੀ। ਨਹੀਂ, ਇੱਕੋ ਨਿਸ਼ਾਨਾ ਹੋਵੇ, ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ। ਪਹਿਲਾਂ ਗੁਰੂ ਅਰਜਨ ਸਾਹਿਬ ਕਹਿੰਦੇ ਤੁਸੀਂ ਆਪ ਦੇ ਸੰਤੋ ਸਾਧੋ, ਆਪ ਦੇ ਹੋਰ ਕੋਈ ਛੱਡੋ, ਆਪ ਦੇ ਨਾਮ ਜਪੋ। ਪਹਿਲਾਂ ਸਿਮਰ ਸਿਮਰ ਕੇ ਆਪ ਸੁਖ ਪਾਓ, ਮੁੜ ਕੇ ਦੂਜਿਆਂ ਨੂੰ ਦੱਸੋ ਜੀ। ਸਿਮਰ 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 ਸੁਖ ਪਾਵੋ, ਆਪ ਜਪੋ ਅਵ ਰਹਿ ਨਾਮ ਜਪਾਵੋ। ਆਪ ਜਪੋ ਤੇ ਫਿਰ ਦੂਜਿਆਂ ਨੂੰ ਜਪਾਓ। ਇਸ ਤਰ੍ਹਾਂ ਦਾ ਜਦੋਂ ਕੋਈ ਮਿਲ ਜਾਵੇ ਨਾ, ਫਿਰ ਸੱਚੀ ਵਿੱਚ ਹੀ ਨਿਰਣਾ ਹੋ ਹੀ ਜਾਂਦਾ ਜੀ, ਹੋ ਹੀ ਜਾਂਦਾ ਏ। ਗੱਲ ਸਮਝ ਵਿੱਚ ਆ ਹੀ ਜਾਂਦੀ ਆ। ਨਾਲ ਫਿਰ ਬੰਦੇ ਦੇ ਕਰਮ ਵੀ ਸਾਥ ਦੇਣ ਜੀ, ਭਾਗ ਵੀ ਸਾਥ ਦੇਣ ਜੀ, ਤੇ ਆਦਮੀ ਥੋੜ੍ਹਾ ਜਿਹਾ ਆਪ ਵੀ ਜ਼ੋਰ ਲਵੇ। ਇੱਕ ਬੰਦਾ ਪਾਣੀ 'ਚ ਡੁੱਬਣ ਡਿਆ ਜੀ, ਰੁੜਦਾ ਜਾਂਦਾ ਜੀ, ਤੇ ਬਾਹਰੋਂ ਦੂਜਾ ਨੂੰ ਫੜ ਕੇ ਖਿੱਚਦਾ ਜੀ। ਹੁਣ ਨਾਲ ਉਹ ਵੀ ਬਾਹਰ ਨਿਕਲਣ ਨੂੰ ਜ਼ੋਰ ਲਾਵੇ ਨਾ ਜੀ, ਬਾਹਰ ਵਾਲਾ ਤੇ ਖਿੱਚਦਾ ਬਾਹਰ ਨੂੰ, ਤੇ ਉਹ ਫਿਰ ਰੁੜਨ ਵਾਸਤੇ ਜ਼ੋਰ ਲਾਉਂਦਾ, ਤਾਂ ਕਿਸ ਤਰ੍ਹਾਂ ਕੰਮ ਰੋਕ ਆਏਗਾ ਜੀ। ਹਾਂਜੀ, ਸਮਝ ਪਵੇ ਜਗਿਆਸੂ ਨੂੰ, ਖੁਦ ਵੀ ਨਿਕਲਣ ਦੀ ਕੋਸ਼ਿਸ਼ ਕਰੇ, ਇਹ ਚਿੱਕੜ ਵਿੱਚੋਂ ਨਿਕਲੇ। ਵੀ ਸਮਾਂ ਬਾਕੀ ਜ਼ਿੰਦਗੀ ਦਾ ਕਿਹੜਾ ਕੋਲ ਰਹਿ ਗਿਆ। ਤੇ ਯਾਦ ਰੱਖਿਓ, ਕੋਈ ਅੱਜ ਪਛਤਾ ਲੇ, ਕੋਈ ਕੱਲ੍ਹ ਪਛਤਾ ਲੇ। ਧੰਦਿਆਂ ਵਿੱਚ ਤੇ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਬੰਦਿਆਂ ਨੂੰ ਪਛਤਾਉਣਾ ਪੈਂਦਾ ਜੇ। ਜਿੱਥੇ ਮਰਜ਼ੀ ਤੁਸੀਂ ਇਹ ਗੱਲ ਨੂੰ ਸਮਝ ਲਓ, ਬਾਣੀ ਦੇ ਅਟੱਲ ਫੈਸਲੇ ਜੇ। ਕੋਈ ਅੱਜ ਪਛਤਾ ਲੇ, ਕੋਈ ਕੱਲ੍ਹ ਪਛਤਾ ਲੇ। ਤੇ ਜਿਹੜਾ ਨਾਮ ਨਾਲ ਜੁੜ ਗਿਆ, ਉਹ ਅੱਜ ਵੀ ਸੁਖੀ ਜੇ ਤੇ ਕੱਲ੍ਹ ਵੀ ਸੁਖੀ ਜੇ ਜੀ। ਹਾਂਜੀ, ਅੱਜ ਵੀ ਸੁਖੀ ਤੇ ਕੱਲ੍ਹ ਵੀ ਸੁਖੀ ਆ। ਇਹ ਗੁਰੂ ਦੀ ਮੱਤ ਦਾ, ਸੱਚੇ ਪਾਤਸ਼ਾਹ ਦਾ ਅਟੱਲ ਫੈਸਲਾ ਹੈ। ਹਰ ਜਨ ਨੱਚੋ ਹਰ ਹਰ ਧਿਆਏ। ਰੱਬ ਦੇ ਨਾਮ ਵਿੱਚ ਧਿਆਨ ਜੋੜਨ ਵਾਸਤੇ ਆਪਣੇ ਆਪ ਨੂੰ ਮਰਜ਼ਾਦਾ ਵਿੱਚ ਲੈ ਆਓ। ਆਪਣਾ ਖਾਣਾ ਪੀਣਾ, ਬੋਲਣਾ, ਚੱਲਣਾ ਫਿਰਨਾ, ਰਹਿਣਾ ਬਹਿਣਾ ਗੁਰੂ ਦੀ ਮਰਜ਼ਾਦਾ ਵਾਲਾ ਬਣਾਓ, ਫਿਰ ਗੱਲ ਰੋਕ ਆਉਣੀ ਆ ਜੀ। ਬੇਸੁਰੇ ਤੇ ਬੇਤਾਲੇ ਰਾਗੀ ਨੂੰ ਕੋਈ ਪਸੰਦ ਨਹੀਂ ਜੇ ਕਰਦਾ। ਹਾਂਜੀ, ਕੋਈ ਨਹੀਂ ਪਸੰਦ ਕਰਦਾ। ਕਹਿੰਦੇ ਹਟਾਓ ਇਹਨੂੰ, ਕੰਨ ਖਾਣ ਡਿਆ। ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਤਰਲੇ ਲੈ ਲੈ ਕੇ ਲੋਕ ਉਹਨਾਂ ਨੂੰ ਹਜ਼ਾਰਾਂ ਲੱਖਾਂ ਰੁਪਈਆ ਦੇ ਦੇ ਕੇ ਸੱਦਦੇ ਆ, ਤੇ ਹੱਥ ਜੋੜ ਜੋੜ ਕੇ ਬੈਠ ਕੇ ਸੁਣਦੇ ਤੇ ਆਨੰਦ ਮਾਣਦੇ ਜੀ। ਕੁਝ ਨਾ ਕੁਝ ਜ਼ਿੰਦਗੀ ਵਿੱਚ ਬੰਦਾ ਜ਼ਰੂਰ ਮਿਹਨਤ ਕਰੇ। ਜਿਹੜਾ ਬੰਦਾ ਵੀ ਰੱਬ ਦੇ ਰਾਹ 'ਤੇ ਚੱਲਣ ਵਾਸਤੇ ਮਿਹਨਤ ਕਰੇਗਾ, ਜ਼ਰੂਰ ਫਾਇਦਾ ਖੱਟੇਗਾ ਜੀ, ਜ਼ਰੂਰ ਉਹਦੀ ਜ਼ਿੰਦਗੀ 'ਚ ਬਦਲਾਅ ਆਏਗਾ। ਵਾਹਿਗੁਰੂ ਜੀ ਕਿਰਪਾ ਕਰਨ, ਤੁਹਾਡੇ 'ਤੇ ਵੀ ਸੱਚੇ ਪਾਤਸ਼ਾਹ ਮਿਹਰ ਕਰਨ, ਸਾਡੇ ਗਰੀਬਾਂ 'ਤੇ ਵੀ ਗੁਰੂ ਜੀ ਦੀ ਮਿਹਰ ਹੋਵੇ। ਅਸੀਂ ਬਾਣੀ ਨੂੰ ਪੜ੍ਹੀਏ, ਗਾਈਏ, ਵਿਚਾਰੀਏ, ਬਾਣੀ ਨੂੰ ਹਿਰਦੇ ਵਿੱਚ ਵਸਾਈਏ। ਹਰ ਜਨ ਨਾਚੋ ਹਰ ਹਰ ਧਿਆਏ, ਐਸੇ ਸੰਤ ਮਿਲੇ ਮੇਰੇ ਭਾਈ ਹਮ ਜਨ ਕੇ
ਤੋ ਵਹ ਪਾਏ। ਮਿਲੋ ਜ਼ਰੂਰ ਇਹੋ ਜਿਹੇ ਸੰਤਾਂ ਨੂੰ ਜਿਹੜੇ ਇਹ ਗੱਲ ਨੂੰ ਸਮਝਾ ਦੇਣ ਜੀ, ਸੋਝੀ ਪਾ ਦੇਣ ਜੀ, ਜਿਨ੍ਹਾਂ ਨੂੰ ਜਾਚ ਹੈ, ਜਿਨ੍ਹਾਂ ਨੇ ਕਮਾਈ ਕੀਤੀ ਆ। ਫੋਕੀ ਗੱਲ ਦਾ ਤਾਂ ਕੋਈ ਅਸਰ ਹੁੰਦਾ ਹੀ ਨਹੀਂ ਜੀ। ਆਪ ਕਰੇ ਨਾ ਦੂਜਿਆਂ ਨੂੰ ਆਖੀ ਜਾਵੇ ਜੀ, ਕੀ ਅਸਰ ਹੋਏਗਾ ਉਹਦਾ ਜੀ। ਹੁਣ ਮੇਰੇ ਕੋਲ ਟਾਈਮ ਨਹੀਂ, ਮੈਂ ਫਤਿਹ ਬੁਲਾਉਣ ਲੱਗਾ ਹੈ, ਨਹੀਂ ਤਾਂ ਬੜੀਆਂ ਗੱਲਾਂ ਮੈਂ ਆਪਣੇ ਅੱਖੀਂ ਵੇਖੀਆਂ ਬੰਦਗੀ ਵਾਲੇ ਲੋਕਾਂ ਦੀਆਂ, ਸਿਮਰਨ ਵਾਲਿਆਂ ਦੀਆਂ। ਬਸ ਇੱਕੋ ਹੀ ਗੱਲ ਕੀਤੀ, ਕੋਈ ਲੰਮੀ ਚੌੜੀ ਕਥਾ ਵਾਰਤਾ ਨਹੀਂ। ਗੁਰੂ ਜੀ ਦਾ ਇੱਕੋ ਬਚਨ ਸੁਣਾਇਆ, ਅਗਲੇ ਦਾ ਜੀਵਨ ਹੀ ਸਵਾਰ ਦਿੱਤਾ ਜੀ ਉਹਨਾਂ ਨੇ। ਵਾਹਿਗੁਰੂ ਜੀ ਮਿਹਰ ਕਰੇ, ਇਸ ਤਰ੍ਹਾਂ ਦੇ ਗੁਰਮੁਖ ਮਹਾਂਪੁਰਖ ਸੰਤ ਜਨਾਂ ਦੇ ਮੇਲੇ ਹੁੰਦੇ ਰਹਿਣ, ਜਿਹੜੇ ਸਾਨੂੰ ਗੁਰੂ ਜੀ ਦੀ ਮੱਤ ਜਿਹੜੀ ਆ ਉਹਦੀ ਸੋਝੀ ਬਖਸ਼ਣ, ਅਤੇ ਜ਼ਿੰਦਗੀ ਵਿੱਚ ਅਸੀਂ ਕੋਈ ਨਾ ਕੋਈ ਜ਼ਰੂਰ ਇਸ ਤਰ੍ਹਾਂ ਦਾ ਫੈਸਲਾ ਕਰੀਏ ਵੀ ਹੁਣ ਬਾਣੀ ਪੜ੍ਹਿਆ ਕਰਨੀ, ਹੁਣ ਨਾਮ ਹੀ ਜਪਿਆ ਕਰਨਾ ਹੈ, ਹੁਣ ਗੁਰੂ ਜੀ ਦੇ ਚਰਨਾਂ ਨਾਲ ਹੀ ਜੁੜਨਾ, ਇਸ ਸੰਸਾਰ ਜੰਜਾਲ ਦੇ ਵਿੱਚੋਂ ਨਿਕਲਣ ਵਾਸਤੇ ਜ਼ੋਰ ਲਾਉਣਾ ਹੈ। ਗੁਰੂ ਜੀ ਦੇ ਆਸਰੇ ਨਾਲ, ਗੁਰੂ ਜੀ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਆਇਆ ਸਫਲਾ ਕਰਨ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਤੇ ਧੰਨ ਧੰਨ ਬਾਬਾ ਦੇਵਾ ਸਿੰਘ ਜੀ ਮਹਾਂਪੁਰਖਾਂ ਦੀ ਯਾਦ ਨੂੰ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ